KRPA 1110 AM ਦੇ ਸਰੋਤਿਆਂ ਨੂੰ ਸੁਖਜੀਤ ਮੰਗਟ ਵੱਲੋਂ ਸਤਿ ਸ਼੍ਰੀ ਅਕਾਲ। 16 ਮਈ 2022 ਪ੍ਰੋਗਰਾਮ ਪੰਜਾਬੀ ਆਵਾਜ਼ 'ਚ ਤੁਹਾਡਾ ਸਵਾਗਤ ਹੈ। ਇਹ ਪ੍ਰੋਗਰਾਮ ਮੰਡੇ ਟੂ ਫਰਾਈਡੇ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ ਡਾਕਟਰ ਸ਼ਿੰਦਰ ਪੁਰੇਵਾਲ ਤੇ ਮੇਰੇ ਵੱਲੋਂ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਦੇ ਹੁੰਦੇ ਹਾਂ ਉਹਨਾਂ ਖਬਰਾਂ ਬਾਰੇ ਜਿਨ੍ਹਾਂ ਦਾ ਸਬੰਧ ਸਾਡੇ ਆਲੇ ਦੁਆਲੇ ਨਾਲ ਹੈ। US ਤੇ ਕੈਨੇਡਾ 'ਚ ਸਾਡੇ ਪ੍ਰੋਗਰਾਮ ਤੁਸੀਂ ਸੁਣ ਸਕਦੇ ਹੋ KRPA 1110 AM ਤੇ ਦੁਨੀਆ ਭਰ 'ਚ ਪ੍ਰੋਗਰਾਮ ਸੁਣਨ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ radioindia.ca। ਸਟੂਡੀਓ ਦਾ ਨੰਬਰ ਹੈ 6045929191 6045929191। ਸਵਾਗਤ ਕਰਦੇ ਡਾਕਟਰ ਸ਼ਿੰਦਰ ਪੁਰੇਵਾਲ ਜੀ ਦਾ। ਡਾਕਟਰ ਸਾਹਿਬ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਸ਼ੁਭ ਸਵੇਰ ਜੀ ਡਾਕਟਰ ਸਾਹਿਬ, ਤੁਹਾਨੂੰ ਵੀ ਸ਼ੁਭ ਸਵੇਰ। ਤੇ ਖਬਰਾਂ ਦੀ ਜਿਹੜੀ ਸ਼ੁਰੂਆਤ ਹੈ ਨਾ ਉਹ ਕਰਦਾ ਜਿੱਦਾਂ ਵੈਨਕੂਵਰ ਤੇ ਸਰੀ ਦੇ ਵਿੱਚ ਹਰ ਕੋਈ ਮੇਅਰ ਬਣਨਾ ਚਾਹੁੰਦਾ। ਕਿੰਨੇ ਸਾਰੇ ਜਿੱਦਾਂ ਉਦਾਂ ਚਲੋ ਸਾਹਮਣੇ ਤਾਂ ਉੱਭਰ ਕੇ ਹਜੇ ਤੱਕ 2 ਕੈਂਡੀਡੇਟਸ ਆਏ ਆ, ਬਟ ਗੈਮੋ ਗੈਮੀ ਬਣੀ ਹੋਈ ਆ, ਕਾਫੀ ਜ਼ਿਆਦਾ ਗੱਲਬਾਤ ਚੱਲ ਰਹੀ ਆ, ਕਿੰਨੇ ਸਾਰੇ ਨਾਂ ਚਰਚਾ ਦੇ ਵਿੱਚ ਹੈਗੇ ਆ, ਪਰ ਬਰਨਵੀ ਦੇ ਵਿੱਚ ਕੋਈ ਵੀ ਨਹੀਂ। ਕੀ ਕਾਰਨ ਆ? ਦੇਖੋ, ਇੱਕ ਪੈਂਡੈਮਿਕ ਤੋਂ ਬਾਅਦ ਜਿਹੜੀਆਂ ਵੀ ਇਲੈਕਸ਼ਨਸ ਹੁੰਦੀਆਂ ਆ ਉੱਥੇ ਅਕਸਰ ਸੋਚਿਆ ਜਾਂਦਾ ਕਿ ਇਸ ਜ਼ਮਾਨੇ ਦੇ ਵਿੱਚ ਬਹੁਤ ਸਾਰੀਆਂ ਸਰਕਾਰਾਂ ਤੋਂ ਟੈਕਸਸ ਵਧੇ ਉਹਨਾਂ ਦੇ, ਪਰ ਸੇਵਾਵਾਂ ਘੱਟ ਮਿਲੀਆਂ। ਤੇ ਹੁਣ ਲੋਕੀ ਸੋਚਦੇ ਵੀ ਇਹ ਸਾਰੇ ਮੇਅਰ ਜਿਹੜੇ ਵਨਰੇਬਲ ਆ ਜੀ, ਇਹਨਾਂ ਨੂੰ ਹਰਾਇਆ ਜਾ ਸਕਦਾ। ਔਰ ਸਰੀ ਦਾ ਖਾਸ ਤੌਰ ਤੇ ਲੋਕੀ ਸੋਚਦੇ ਕਿ ਇਹਨਾਂ ਤੇ ਕ੍ਰਿਮੀਨਲ ਚਾਰਜ ਲੱਗਾ ਆ, ਐਥਿਕ ਕਮਿਸ਼ਨਰ ਬੰਦ ਕਰ ਦਿੱਤਾ, ਇਹ ਕੀ ਕਰ ਰਿਹਾ ਜੀ। ਪਰ ਬਰਨਵੀ ਦੇ ਵਿੱਚ ਜਿਹੜੇ ਮੇਅਰ ਆ ਉਹ ਤੀਸਰੀ ਲਾਰਜੈਸਟ ਸਿਟੀ ਆ ਸਾਡੀ BC ਦੇ ਵਿੱਚ ਜੀ, 2.5 ਲੱਖ ਦੀ ਪਾਪੂਲੇਸ਼ਨ। ਮੇਅਰ ਹਰਲੀ ਜਿਹੜੇ ਆ ਉਹਨਾਂ ਨੇ ਪਹਿਲੀ ਤਾਂ ਗੱਲ ਪਿਛਲੀ ਵਾਰ ਜਿਹੜਾ ਬਹੁਤ ਤਕੜਾ ਮੇਅਰ ਜਿਹਨੂੰ ਕਿਹਾ ਜਾਂਦਾ ਸੀ ਬਰਨਵੀ ਦੇ ਵਿੱਚ, ਮੇਅਰ ਕੋਰੀਗਨ, ਉਹਨਾਂ ਨੂੰ ਹਰਾਇਆ। ਮਤਲਬ ਲੋਕਾਂ ਨੂੰ ਅਚੰਭਾ ਕਰਤਾ ਉਹਨਾਂ ਨੇ ਜੀ। ਕਦੇ ਕਿਸੇ ਨੇ ਸੋਚਿਆ ਨਹੀਂ ਸੀ ਕਿ ਕੋਰੀਗਨ ਵੀ ਹਾਰ ਜਾਊਗਾ। ਉਹਨਾਂ ਨੇ ਉਹਨੂੰ ਹਰਾਇਆ। ਔਰ ਦੂਸਰੀ ਗੱਲ ਇਹ ਆ ਕਿ ਉਹਨਾਂ ਦੇ ਖਿਲਾਫ ਅਜੇ ਤੱਕ ਕੋਈ ਨਹੀਂ ਆਇਆ। ਇਹ ਤਾਂ ਬਹੁਤ ਜ਼ਿਆਦਾ ਸਰਪ੍ਰਾਈਜ਼ਿੰਗ ਆ ਡਾਕਟਰ ਸਾਹਿਬ। ਸਰਪ੍ਰਾਈਜ਼ਿੰਗ ਹੈ। ਤੇ ਵੈਨਕੂਵਰ ਦੇ ਵਿੱਚ 5-7 ਨੇ ਪਹਿਲਾਂ ਅਨਾਉਂਸ ਕੀਤਾ ਆ, ਸਰੀ ਦੇ ਵਿੱਚ ਅਨਾਉਂਸ ਤਾਂ ਕੀਤਾ ਨਹੀਂ, ਪਰ ਇੱਥੇ ਵੀ 5-7 ਤੁਰੇ ਫਿਰਦੇ। ਹਾਂਜੀ। ਤੇ ਇੱਕ ਗੱਲ ਹੋ ਰਹੀ ਆ ਵੀ ਇਨਕੰਬੈਂਟ ਜਿਹੜਾ ਹੈ ਨਾ, ਵੈਸੇ ਵੀ ਜਦੋਂ ਇਨਕੰਬੈਂਟ ਹੋਵੇ ਚਾਹੇ ਚੰਗਾ ਹੋਵੇ ਚਾਹੇ ਮਾੜਾ ਹੋਵੇ, ਉਹਨਾਂ ਦੇ ਕੋਲ ਇੱਕ ਸਪੋਰਟ ਗਰੁੱਪ ਹੁੰਦਾ ਜ਼ਰੂਰ ਜੀ, ਕਿਉਂਕਿ 4 ਸਾਲ ਉਹਨਾਂ ਨੇ ਕੰਮ ਕੀਤੇ ਆ ਲੋਕਾਂ ਦੇ, ਉਹਨਾਂ ਦੇ ਵਿੱਚ ਵਿਚਰੇ ਆ। ਜਿਹੜੇ ਬੰਦੇ ਆਲੋਚਕ ਆ, ਜਿਹੜੇ ਕਹਿੰਦੇ ਕ੍ਰਿਮੀਨਲ ਚਾਰਜ ਲੱਗੇ ਜੀ, ਇਹਨੇ ਐਥਿਕਸ ਕਮਿਸ਼ਨ ਬੰਦ ਕਰਦਾ, ਮੋਸਟਲੀ ਉਹਨਾਂ 'ਚੋਂ ਵੋਟ ਹੀ ਨਹੀਂ ਪਾਉਣ ਹੋਣੇ। ਇਹ ਘਰ ਬੈਠੇ ਜਿਹੜੇ ਆ ਆਲੋਚਨਾ ਕਰ ਰਹੇ। ਤੇ ਜੇ ਇਸੇ ਤਰ੍ਹਾਂ ਚੱਲਦਾ ਰਿਹਾ ਕਿ ਜਿੱਦਾਂ ਵੈਨਕੂਵਰ ਦੇ ਵਿੱਚ 5 ਬੰਦਿਆਂ ਨੇ ਅਨਾਉਂਸ ਵੀ ਕਰਤਾ, ਹਾਂਜੀ, ਇੱਥੇ ਵੀ ਤੁਸੀਂ 5 ਤੋਂ ਜ਼ਿਆਦਾ ਵੈਸੇ ਇੰਟਰਸਟਡ ਆ ਬੰਦੇ। ਉਹਨਾਂ ਨੇ ਪਬਲਿਕਲੀ ਤਾਂ ਨਹੀਂ ਕਿਹਾ, ਪਰ ਲੋਕਾਂ ਨੂੰ ਪਤਾ ਆ। ਲੋਕਾਂ ਨੂੰ ਇੰਨੇ ਬੇਵਕੂਫ ਸਮਝਣ ਦੀ ਲੋੜ ਨਹੀਂ ਆ। ਲੋਕਾਂ ਨੂੰ ਪਤਾ ਹੁੰਦਾ ਵੀ ਕਿਹਨੇ ਕਿਹਨੇ ਰਨ ਕਰਨਾ। ਹਾਂਜੀ, ਆਈ ਥਿੰਕ ਨੇੜੇ ਜਾ ਕੇ ਐਲਾਨ ਕਰਨਾ ਚਾਹੁੰਦੇ ਆ। ਐਲਾਨ ਕਰਨਾ ਚਾਹੁੰਦੇ। ਉਹ ਕਹਿੰਦੇ ਹੁੰਦੇ ਕਿ ਇਹ ਉਹ ਓਪਨ ਸੀਕ੍ਰੇਟ ਆ ਜੀ। ਇਹ ਸੀਕ੍ਰੇਟ ਉਹ ਆ ਜਿਹਦੇ ਬਾਰੇ ਸਭ ਨੂੰ ਪਤਾ ਹੈ। ਤਾਂ ਉਹਦੇ ਹਿਸਾਬ ਦੇ ਨਾਲ ਜੇ ਜਿਹੜੇ ਮੇਅਰ ਦੇ ਖਿਲਾਫ ਬੰਦੇ ਆ, ਵੋਟਰ ਆ, ਜੇ ਤੁਹਾਨੂੰ ਇੱਕ ਹੀ ਚੁਆਇਸ ਆ, ਫੇਰ ਤਾਂ ਹੈਗਾ ਲੱਗਦਾ ਕਿ ਮੇਅਰ ਹਾਰ ਸਕਦੇ ਆ। ਹਾਂਜੀ। ਜੇ ਉਹ ਵੋਟ 4 ਜਾਂ 5 ਜਾਂ 6 ਜਗ੍ਹਾ ਤੇ ਵੰਡੀ ਜਾਂਦੀ ਹੈ ਤੇ ਫੇਰ ਉਹ ਇਨਕੰਬੈਂਟ ਮੇਅਰ ਦੀ ਇੰਨੀ ਕੁ ਤਾਕਤ ਜ਼ਰੂਰ ਹੁੰਦੀ ਹੈ ਕਿ ਉਹ ਜਿੱਤ ਸਕਦੇ। ਹਾਂਜੀ, ਬਿਲਕੁਲ। ਡਾਕਟਰ ਸਾਹਿਬ ਤੁਸੀਂ ਦੇਖ ਲਓ, ਹੁਣ ਜਿੱਦਾਂ ਮੇਅਰ ਡਗ ਮੈਕੈਲਮ ਆ, ਉਹ ਕ੍ਰਿਮੀਨਲ ਚਾਰਜਿਸ ਦਾ ਸਾਹਮਣਾ ਕਰ ਰਹੇ ਆ ਤੇ ਬੜੀ ਟੌਰ ਦੇ ਨਾਲ ਮੇਅਰ ਬਣੇ ਹੋਏ ਆ। ਸਾਰੀਆਂ ਆਪਣੀਆਂ ਡਿਊਟੀਜ਼ ਵਗੈਰਾ ਉਸੇ ਤਰ੍ਹਾਂ ਉਹਨਾਂ ਦੀਆਂ ਜਾਰੀ ਨੇ ਜੀ। ਤੇ ਹੁਣ ਜੇ ਆਪਾਂ ਦੇਖਦੇ ਹਾਂ ਲੈਂਗਲੀ ਸਿਟੀ ਦੇ ਮੇਅਰ ਜਿਨ੍ਹਾਂ ਨੂੰ ਸੈਂਸਰ ਕਰ ਦਿੱਤਾ ਤੇ ਉਹਦੀ ਐਕਸਪਲੇਨੇਸ਼ਨ ਵੀ ਨਹੀਂ ਦੇ ਰਹੇ ਹੈਗੇ, ਰੀਜ਼ਨ ਨਹੀਂ ਦੱਸ ਰਹੇ। ਉਹਦੇ ਕਰਕੇ ਇੱਕ ਹੁਣ ਆਨਲਾਈਨ ਪਟੀਸ਼ਨ ਵੀ ਸ਼ੁਰੂ ਹੋਈ ਹੈਗੀ ਆ, ਕਿਉਂਕਿ ਲੋਕੀ ਜਾਣਨਾ ਚਾਹੁੰਦੇ ਕਿ ਉਹਨੇ ਇੰਨਾ ਵੱਡਾ ਕਿਹੜਾ ਗੁਨਾਹ ਕਰਤਾ। ਇੱਕ ਸ਼ਹਿਰ ਦਾ ਮੇਅਰ ਤਾਂ ਕ੍ਰਿਮੀਨਲ ਚਾਰਜਿਸ ਦਾ ਸਾਹਮਣਾ ਕਰਦੇ ਹੋਏ ਵੀ ਖੁੱਲ੍ਹੇਆਮ ਆਪਣੀਆਂ ਸਾਰੀਆਂ ਡਿਊਟੀਜ਼ ਕਰ ਰਿਹਾ, ਉਹਦੇ 'ਚ ਕੋਈ ਫਰਕ ਨਹੀਂ। ਤੇ ਇੱਕ ਦਾ ਕਿਸੇ ਨੂੰ ਪਤਾ ਹੀ ਨਹੀਂ ਵੀ ਉਹਨੇ ਇਹੋ ਜਿਹਾ ਕਿਹੜਾ ਕੰਮ ਕਰ ਦਿੱਤਾ ਕਿ ਉਹਨੂੰ ਸੈਂਸਰ ਕਰਤਾ। ਨਾਵਲ ਹੁੰਦਾ ਸੀ ਕਹਿੰਦੇ ਏ ਟੇਲ ਆਫ 2 ਸਿਟੀਜ਼ ਜੀ।
ਇਹ ਵੀ ਟੇਲ ਆਫ ਟੂ ਸਿਟੀਜ਼ ਹੈ, ਲੈਂਗਲੀ ਤੇ ਸਰੀ ਦੀ। ਹਾਂਜੀ। ਸਾਡਾ ਅਕਸ ਵੀ ਵੱਖਰਾ ਵੱਖਰਾ ਹੈ ਜੀ। ਜੇ ਤੁਸੀਂ ਕ੍ਰਾਈਮ ਰੇਟ ਦੇਖਦੇ ਹੋ ਲੈਂਗਲੀ ਦਾ ਤੇ ਸਰੀ ਦਾ ਕੋਈ ਫਰਕ ਨਹੀਂ ਜੀ। ਜਿਹੋ ਜਿਹਾ ਕੰਮ ਉੱਥੇ RCMP ਕਰਦੀ ਉਹੋ ਜਿਹਾ ਇੱਥੇ ਕਰਦੀ ਜੀ। ਪਰ ਅਕਸ ਏਦਾਂ ਬਣਿਆ ਆ ਕਿ ਤੁਸੀਂ ਉੱਥੋਂ ਲੈਂਗਲੀ ਤੋਂ ਅੰਦਰ ਵੜਦੇ ਆ ਸਰੀ ਦੇ ਤਾਂ ਇੱਥੇ ਆਉਂਦੇ ਤੇ ਗੋਲੀਆਂ 'ਚ ਪੈਣ ਲੱਗ ਪੈਂਦੀਆਂ ਤੁਹਾਡੇ। ਜੇ ਮੀਂਹ ਪੈਂਦਾ ਸਰੀ ਦੇ ਵਿੱਚ ਤਾਂ ਗੋਲੀਆਂ ਦਾ ਪੈਂਦਾ ਜੀ। ਇਹ ਅਕਸ ਹੀ ਆ। ਹਾਂਜੀ। ਵੈਸੇ ਅਸੀਂ ਇੱਥੇ ਤੁਰੇ ਹੀ ਫਿਰਦੇ ਆ। ਹਾਂਜੀ। ਸਾਡੇ ਤਾਂ ਕਦੇ ਨਹੀਂ ਗੋਲੀ ਲੱਗਦੀ ਜੀ। ਤੁਹਾਡੇ ਡਾਊਨਟਾਊਨ ਦੇ ਵਿੱਚ ਵੈਨਕੂਵਰ ਤੁਸੀਂ ਤੁਰੇ ਫਿਰਦੇ ਆ, ਕਈ ਉਹਨਾਂ ਦੇ ਲੱਗ ਜਾਂਦੀ ਹੈ। ਕੋਈ ਬੱਚਾ ਬੈਠਾ ਸੀ ਕਿਸੇ ਦੀ ਕਾਰ ਦੇ ਵਿੱਚ ਤਾਂ ਦੋ ਗੈਂਗਸ ਵਾਲੇ ਇੱਕ ਦੂਸਰੇ ਤੇ ਸ਼ੂਟ ਕਰ ਰਹੇ ਸੀ। ਇੱਕ ਗੈਂਗ ਨੇ ਸ਼ੂਟ ਕੀਤਾ, ਉਹ ਕਾਰ ਦੇ ਵਿੱਚ ਬੈਠਾ ਪਿਛਲੇ ਪਾਸੇ ਉਹਦੇ ਗੋਲੀ ਲੱਗੀ। ਹੁਣ ਕਹਿੰਦੇ ਹੁੰਦੇ ਰੋਂਗ ਪਲੇਸ ਐਟ ਰੋਂਗ ਟਾਈਮ ਨਾ ਜੀ। ਤੇ ਪਤਾ ਨਹੀਂ ਕਿਹੜੇ ਵੇਲੇ ਕਿਹਦੇ ਨਾਲ ਕੀ ਹੋਣਾ ਆ, ਪਰ ਇਹ ਜ਼ਰੂਰੀ ਨਹੀਂ। ਜੇ ਤੁਸੀਂ ਅੰਕੜੇ ਦੇਖਦੇ ਆ ਫੇਰ ਲੈਂਗਲੀ ਦਾ ਸਰੀ ਦਾ ਕੋਈ ਫਰਕ ਨਹੀਂ ਹੈ। ਹਾਂਜੀ ਬਿਲਕੁਲ। ਬਾਕੀ ਲੈਂਗਲੀ ਵਾਲੇ ਵੀ ਜੇ ਤੁਸੀਂ ਡਿਵੈਲਪਮੈਂਟ ਦੇਖਦੇ ਹੋ ਉਹਨਾਂ ਦੀ, ਸਾਡੀ ਡਿਵੈਲਪਮੈਂਟ ਦੇਖਦੇ ਕੋਈ ਬਹੁਤਾ ਅੰਤਰ ਨਹੀਂ ਜੀ। ਪਰ ਸਰੀ ਦੇ ਵਿੱਚ ਇਦਾਂ ਲੱਗਦਾ ਕਿ ਇਹਨਾਂ ਨੂੰ ਲੋਕਾਂ ਨੂੰ ਸਾਨੂੰ ਅਕਲ ਹੀ ਕੋਈ ਨਹੀਂ। ਜਿਨ੍ਹਾਂ ਦਾ ਮੇਅਰ ਜਿਹੜਾ ਹੈ ਉਹ ਤੇ ਅਪਰਾਧੀ ਕਾਰਵਾਈਆਂ ਦੀ ਕੇਸ ਚੱਲ ਰਿਹਾ ਹੋਵੇ ਤੇ ਬੜੇ ਟੌਰ ਨਾਲ, ਤੁਸੀਂ ਕਹਿੰਦੇ ਕਿ ਬੜੇ ਟੌਰ ਨਾਲ ਸ਼ਾਨ ਨਾਲ ਬੈਠਾ। ਹਾਂਜੀ। ਜਿੱਦਾਂ ਕਹਿੰਦੇ ਹੁੰਦੇ ਨਾ ਇੱਕ ਕੋਈ ਬੰਦਾ ਬੇਗੈਰਤ ਸੀ ਤਾਂ ਰੋਜ਼ ਹੀ ਬਾਜ਼ਾਰ ਦੇ ਵਿੱਚ ਹੀ ਲੰਘਦਾ ਹੁੰਦਾ ਸੀ ਤੇ ਕਿਸੇ ਦੇ ਦੁਕਾਨਦਾਰ ਦੇ ਕੋਲ ਤੋਤਾ ਸੀ। ਉਹਨੇ ਤੋਤੇ ਨੇ ਕਹਿਣਾ ਉਹ ਬਗੈਰਤਾ। ਉਹਨੂੰ ਬੰਦੇ ਨੇ ਜਾਣਾ ਤਾਂ ਟੌਰਨਾ, ਪਰ ਫਿਰ ਵੀ 4-6 ਮਹੀਨੇ ਬਾਅਦ ਉਹਨੂੰ ਅੱਕ ਗਿਆ ਬੰਦਾ ਸੁਣ ਕੇ। ਹਾਂਜੀ। ਉਹਨੇ ਇੱਕ ਦਿਨ ਦੁਕਾਨਦਾਰ ਨੂੰ ਕੰਪਲੇਂਟ ਕੀਤੀ, ਕਹਿੰਦਾ ਕਿ ਯਾਰ ਮੈਨੂੰ ਤੇਰਾ ਤੋਤਾ ਇਦਾਂ ਕਹਿੰਦਾ, ਮੈਂ ਫਿਰ ਸ਼ਿਕਾਇਤ ਕਰ ਦੇਣੀ ਆ, ਇਹ ਬੁਰੀ ਗੱਲ ਹੋਣੀ ਹੈ ਜੀ। ਉਹ ਕਹਿੰਦਾ ਜੀ ਮੈਂ ਕੋਈ ਫਿਕਰ ਨਾ ਕਰੋ, ਮੈਂ ਤੋਤੇ ਨੂੰ ਸਮਝਾ ਦਿੰਦਾ। ਉਹਨੇ ਤੋਤੇ ਨੂੰ ਸਮਝਾਇਆ ਵੀ ਭਾਈ ਤੂੰ ਨਾ ਕਹਿ ਇਦਾਂ, ਫਿਰ ਤੈਨੂੰ ਚੋਰੀ ਨਹੀਂ ਮਿਲਣੀ ਜੀ। ਉਹ ਦੂਸਰੇ ਦਿਨ ਫਿਰ ਤੁਰਿਆ ਆਵੇ ਮੇਅਰ ਡੱਗ ਮਕਲਮ ਤੇ ਤੋਤੇ ਨੇ ਫਿਰ ਕਹਿ, ਤੋਤੇ ਦੇ ਜਦੋਂ ਲਾਗੇ ਨੂੰ ਆਇਆ ਉਹਨੇ ਕੁਛ ਨਹੀਂ ਕਿਹਾ। ਹਾਂਜੀ। ਉਹਨੇ ਦੇਖਿਆ ਉਹਦੇ ਨੂੰ ਵੀ ਸ਼ਾਇਦ ਤੋਤਾ ਕੁਛ ਖਾਵੇ। ਤੋਤਾ ਕਹਿੰਦਾ ਸਮਝ ਤਾਂ ਗਿਆ ਹੀ ਆ ਚਾਹੇ ਮੈਂ ਕਿਹਾ ਚਾਹੇ ਨਹੀਂ ਕਿਹਾ। ਉਹ ਗੱਲ ਹੋ ਜਾਂਦੀ ਹੈ ਕਿ ਤੁਸੀਂ ਟੌਰ ਨਾਲ ਤੁਰੇ ਫਿਰਦੇ ਆ, ਲੋਕੀ ਤਾਂ ਸਮਝਦੇ ਹੀ ਆ ਨਾ। ਹਾਂਜੀ ਲੋਕਾਂ ਨੂੰ ਤਾਂ ਪਤਾ ਹੀ ਆ। ਪਰ ਡਾਕਟਰ ਸਾਹਿਬ ਤੁਹਾਨੂੰ ਪਤਾ ਜਿਵੇਂ ਹੁਣ ਆਪਣੇ ਮੇਅਰ ਦੀ ਇਲੈਕਸ਼ਨ ਆਉਣ ਵਾਲੀ ਆ, ਇਹੋ ਜਿਹਾ ਮਾਹੌਲ ਹੋ ਜਾਂਦਾ ਸਰੀ ਦੇ ਵਿੱਚ ਤਾਂ ਜਿਵੇਂ ਇੰਡੀਆ ਦੇ ਵਿੱਚ ਨਾ ਸਰਪੰਚੀ ਦੀਆਂ ਵੋਟਾਂ ਸਮੇਂ ਨਹੀਂ ਹੁੰਦਾ ਹੈਗਾ। ਤੁਸੀਂ ਇੱਕ ਗੱਲ ਦੇਖਿਓ ਰਾਤ ਨੂੰ ਖਾਸ ਤੌਰ ਤੇ ਸਾਡੇ ਬੰਦਿਆਂ ਦੀ, ਇਹ ਜਿੰਨੇ ਵੀ ਬੰਦੇ ਖੜੇ ਹੋਣੇ ਆ ਪਹਿਲਾਂ ਥੋੜਾ ਪਤਾ ਲੱਗਦਾ ਜਦੋਂ ਰਿਜ਼ਲਟ ਆਉਣ ਤੋਂ, ਇਹ ਟੌਪ ਦੇ ਦੋਹਾਂ ਦਾ ਪਤਾ ਹੁੰਦਾ ਤੁਹਾਨੂੰ। ਹਾਂਜੀ। ਕਿ ਐਨੇ ਜਿੱਤਣਾ ਜਾਂ ਉਹਨੇ ਜਿੱਤਣਾ। ਉਹ ਇੱਕ ਪਾਸੇ ਹੋਣਗੇ ਮੇਅਰ ਦੇ ਜਿੱਥੇ ਕੋਈ ਕੈਂਡੀਡੇਟ ਖੜਾ ਹੈ, ਉਹਨਾਂ ਦੀ ਪਾਰਟੀ ਚੱਲ ਰਹੀ ਹੈ ਜੀ, ਤੇ ਘੰਟੇ ਦੇ ਵਿੱਚ ਰਿਜ਼ਲਟ ਹੋਰ ਤਾਂ ਜਾਂਦੇ ਆ ਨਾ। ਹਾਂਜੀ। ਉਹ ਦੂਸਰੇ ਪਾਸੇ ਆ ਜਾਂਦੇ ਆ, ਫਿਰ ਕਾਰਾਂ ਦੀਆਂ ਚਾਬੀਆਂ ਚੱਕ ਕੇ ਨੱਠਦੇ ਆ ਇਦਾਂ ਜਿੱਦਾਂ ਮੇਲਾ ਛੜ ਗਿਆ ਹੁੰਦਾ। ਹਾਂਜੀ ਉਸੇ ਵਕਤ ਚੇਂਜ ਕਰ ਲੈਂਦੇ ਸਾਰੇ, ਫਿਰ ਨੱਠੇ ਜਾਂਦੇ, ਫਿਰ ਉੱਥੇ ਜਾ ਕੇ ਫੋਟੋ ਖਿਚਾਉਣਗੇ ਸਾਰੇ। ਹਾਂਜੀ ਫੋਟੋ ਖਿਚਾਉਣ ਦਾ ਤਾਂ ਬਹੁਤ ਸ਼ੌਂਕ ਹੁੰਦਾ ਕਿਉਂਕਿ ਜਦੋਂ ਇਲੈਕਸ਼ਨ ਦੇ ਰਿਜ਼ਲਟ ਆਉਂਦੇ ਆ ਅਗਲੇ ਦਿਨ ਫਿਰ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਨੇ ਫੋਟੋਆਂ। ਫਿਰ ਬੰਦਾ ਸੋਚਦਾ ਵੀ ਇਹ ਤਾਂ ਦੂਸਰੀ ਪਾਰਟੀ ਨੂੰ ਸਪੋਰਟ ਕਰਦਾ ਸੀ, ਖੜਾ ਉੱਥੇ ਆ ਹੁਣ ਇਹ ਜੇਤੂ ਪਾਰਟੀ ਦੇ ਨਾਲ ਆ। ਡਾਕਟਰ ਸਾਹਿਬ ਗੱਲ ਕਰਦੇ ਆ ਹੁਣ ਅਲਬਰਟਾ ਦੀ। UCP ਦੇ ਇੱਕ MLA ਆ, ਉਹਨਾਂ ਨੇ ਇਲੈਕਸ਼ਨ ਅਲਬਰਟਾ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਆ। ਉਹਨਾਂ ਦਾ ਕਹਿਣਾ ਕਿ ਉਹਨਾਂ ਦੀ ਟੀਮ ਨੇ ਪਤਾ ਲਗਾਇਆ ਕਿ ਪਾਰਟੀ ਦੀਆਂ 4619 ਜੋ ਮੈਂਬਰਸ਼ਿਪਸ ਹੈਗੀਆਂ ਉਹਨਾਂ ਨੂੰ ਖਰੀਦਣ ਦੇ ਲਈ 8 ਕ੍ਰੈਡਿਟ ਕਾਰਡਸ ਦੀ ਵਰਤੋਂ ਕੀਤੀ ਗਈ ਆ। ਤੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਉਹਨਾਂ ਨੂੰ ਐਗਜ਼ੈਕਟ ਨੰਬਰ ਕਿਵੇਂ ਪਤਾ ਹੈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਡਿਗਿੰਗ ਕੀਤੀ ਆ ਤੇ ਉਹਨਾਂ ਨੇ ਅੱਗੇ ਕਿਹਾ ਕਿ ਇਹਦੇ ਵਿੱਚ ਉਹਨਾਂ ਨੂੰ ਕੋਈ ਧਾਂਦਲੀ ਲੱਗਦੀ ਆ। ਮਤਲਬ ਉਹਨਾਂ ਦੇ ਕਹਿਣ ਦਾ ਇਹ ਹੈ ਕਿ ਉਹਨਾਂ ਨੂੰ ਦਾਲ ਕਾਲੀ ਲੱਗਦੀ ਆ। ਇਸ ਖਬਰ ਤੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੇਸਨ ਕੈਨੀ ਇੱਕ ਹੀ ਪ੍ਰੀਮੀਅਰ ਆ ਕੈਨੇਡਾ ਦੇ ਵਿੱਚ ਜਿਨ੍ਹਾਂ ਲਈ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ। ਹਾਂਜੀ। ਸਭ ਤੋਂ ਘੱਟ ਪਪੂਲੈਰਿਟੀ ਉਹਨਾਂ ਦੀ ਕੈਨੇਡਾ ਦੇ ਵਿੱਚ। ਹੋ ਸਕਦਾ ਜੋ ਬਾਈਡਨ ਨਾਲੋਂ ਜ਼ਿਆਦਾ ਹੋਵੇ ਥੋੜੀ ਜਿਹੀ ਜੀ। ਪਰ ਅੱਛਾ ਦੂਸਰੀ ਗੱਲ ਉਹਨਾਂ ਦੀ ਵੱਡੀ ਇਹ ਆ ਕਿ ਉਹਨਾਂ ਦੀ ਆਪਣੀ ਪਾਰਟੀ 'ਚ ਹੀ ਪ੍ਰੋਬਲਮਸ ਆ। ਹਾਂਜੀ। ਉਹਨਾਂ ਨੂੰ ਬਾਕੀਆਂ ਨੂੰ ਤਾਂ ਹੁੰਦਾ ਨਾ ਵਿਰੋਧੀ ਧਿਰ ਵਾਲੇ ਤੰਗ ਕਰਦੇ ਆ, ਉਹਨਾਂ ਦੀ ਪਪੂਲੈਰਿਟੀ ਵਧੀ ਜਾਂਦੀ ਹੈ।
ਇਹਨਾਂ ਦੀ ਆਪਣੀ ਪਾਰਟੀ ਉਹਨਾਂ ਤੋਂ ਖਹਿੜਾ ਛਡਾਉਣ ਲਈ ਲੜਾਈ ਕਰਨ ਲੱਗੀ ਹੈ। ਹਾਂਜੀ, UCP ਨੇ ਇਹ ਕਿਹਾ ਕਿ ਇਹਨਾਂ ਦੀ ਲੀਡਰਸ਼ਿਪ ਰਿਵਿਊ ਕੀਤੀ ਜਾਵੇ, ਔਰ ਜੇਸਨ ਕੈਨੀ ਨੇ ਵੀ ਥੋੜੀ ਜਿਹੀ ਚਲਾਕੀ ਵਰਤੀ। ਜੇ ਪਹਿਲਾਂ ਜਦੋਂ ਸ਼ੁਰੂ ਹੋਈਆਂ ਸੀ ਮੀਟਿੰਗਸ, ਤੁਸੀਂ ਜਾਓ, ਤੁਸੀਂ ਕਮਿਊਨਿਟੀ ਹਾਲ ਦੇ ਵਿੱਚ ਜਾ ਕੇ ਵੋਟ ਪਾਓ, ਉਹ ਉਹਨਾਂ ਨੇ ਬੰਦ ਕਰਤੀਆਂ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਉਹਨਾਂ ਦੇ ਜਿਹੜੇ ਜੇਸਨ ਕੈਨੀ ਦੇ ਸਪੋਰਟਰਸ ਇੰਨੇ ਬਹੁਤਾ ਜ਼ਿਆਦਾ ਉਹਨਾਂ ਦੀ ਸਪੋਰਟ ਕਰਨ ਵਾਲੇ ਹੈ ਨਹੀਂਗੇ, ਤਾਂ ਉਹਨਾਂ ਨੇ ਨਹੀਂ ਆਉਣਾ ਮੀਟਿੰਗ ਦੇ ਵਿੱਚ। ਮੀਟਿੰਗ ਤੇ ਉਹ ਆਉਣਗੇ ਜਿਹੜੇ ਉਹਨਾਂ ਦੇ ਵਿਰੋਧੀ ਆ। ਹਾਂਜੀ, ਉਹਨਾਂ ਨੇ ਉਹ ਚੇਂਜ ਕਰਕੇ ਤੇ ਬੈਲਟ ਦੇ ਰਾਹੀਂ ਕਰਤੀ, ਮੇਲ ਇਨ ਬੈਲਟ। ਹਾਂਜੀ, ਮੇਲ ਇਨ ਬੈਲਟ ਕਰਤਾ, ਤੇ ਹੁਣ ਪਰਸੋਂ ਨੂੰ ਆ ਜਾਣੀ ਉਹਨਾਂ ਦੀ ਵੈਸੇ ਜਿਹੜਾ ਰਿਜ਼ਲਟ ਹੈ, ਹਾਂਜੀ, ਨਤੀਜਾ ਨਿਕਲਿਆ ਹੋਣਾ ਜੀ, ਪਤਾ ਲੱਗ ਜਾਣਾ। ਜਿਹੜੀ ਉਹਨਾਂ ਨੇ ਮੈਂਬਰਸ਼ਿਪ ਦੀ ਇਸ਼ੂ ਕੀਤੀ ਹੈ, ਮੈਂਬਰਸ਼ਿਪ ਦੀ ਇਸ਼ੂ ਇਹ ਹੈ ਕਿ ਪਹਿਲਾਂ ਤਾਂ ਇੱਥੇ ਸਾਰੀਆਂ ਪਾਰਟੀਆਂ ਵੈਸੇ ਤਕਰੀਬਨ ਫ੍ਰੀ ਮੈਂਬਰਸ਼ਿਪ ਹੁੰਦੀ ਸੀ, ਖੁਸ਼ ਹੋ ਜਾਂਦੇ ਸੀ। ਮੈਨੂੰ ਯਾਦ ਹੈ ਕਿ ਕਈ ਉੱਥੇ ਸਟੂਡੈਂਟ ਆਰਗੇਨਾਈਜੇਸ਼ਨ ਹੁੰਦੀਆਂ ਸੀ, ਸੋਸ਼ਲ ਕ੍ਰੈਡਿਟ ਦੀ, NDP ਦੀ, ਉਹ ਬੰਦਿਆਂ ਨੂੰ ਤਾਂ ਇੱਦਾਂ ਸੱਦ ਦਿੰਦੇ ਵੀ ਬੀਅਰ ਫ੍ਰੀ ਮਿਲਣੀ ਹੈ ਇੱਥੇ, ਤਾਂ ਕਿ ਲੋਕੀ ਆ ਕੇ ਤਾਂ ਜੁਆਇਨ ਕਰਨ ਜੀ। ਹੁਣ ਇੱਥੇ ਫੇਰ ਹੌਲੀ ਹੌਲੀ ਉਹਨਾਂ ਨੇ ਕਰਤਾ ਕਿ ਪੈਸੇ ਦਿਓ, $5 ਦਿਓ, $10 ਦਿਓ। ਫਿਰ ਇਹ ਕਰਤਾ ਕਿ ਜਿਹੜੇ ਡਾਲਰ ਆ, ਇਹ ਕੋਈ ਬੰਦਾ ਜਿਹੜਾ ਮੈਂਬਰਸ਼ਿਪ ਲੈਂਦਾ ਉਹ ਤਾਂ ਦਿੰਦਾ ਨਹੀਂ ਕੋਲੋਂ ਜੀ, ਕਿ ਕੋਈ ਉਹਦੇ ਬਿਹਾਫ ਤੇ ਪੈਸੇ ਦੇ ਰਿਹਾ ਇਕੱਠੇ ਕਰਕੇ। ਇਹਨਾਂ ਨੇ ਕਰਤਾ ਕਿ ਮਾਸਟਰ ਕਾਰਡ ਜਾਂ ਵੀਜ਼ਾ ਦੇ ਨਾਲ ਹੀ ਤੁਸੀਂ ਮੈਂਬਰਸ਼ਿਪ ਲੈ ਸਕਦੇ ਆ। ਇਹ ਸਿਰਫ ਤੇ ਸਿਰਫ ਲਿਬਰਲ ਪਾਰਟੀ ਤੇ ਕੰਜ਼ਰਵੇਟਿਵ ਪਾਰਟੀ ਦੀ ਹੈ। NDP ਦਾ ਅਜੇ ਵੀ ਉਹੀ ਹੈ ਪੁਰਾਣਾ। NDP ਐਕਚੁਅਲੀ ਗੁਰਦੁਆਰਿਆਂ ਦੀਆਂ ਗੋਲਕਾਂ ਚੋਂ ਨਿਕਲਦੀ ਹੈ ਜੀ, ਕਿਉਂਕਿ ਉਹਨੂੰ ਕੈਸ਼ ਉਹਨਾਂ ਤੋਂ ਹੀ ਹੁੰਦੇ ਪੈਸੇ। ਹਾਂਜੀ, ਕੈਸ਼ ਉਹ ਕੱਢ ਕੇ ਦੇਈ ਜਾਂਦੇ। ਜੇ ਜਗਮੀਤ ਸਿੰਘ ਜਿੱਤਿਆ ਜਾਂ ਜੌਨ ਹਾਰਗਨ ਜਿੱਤਿਆ, ਗੁਰਦੁਆਰਿਆਂ ਦੀਆਂ ਗੋਲਕਾਂ ਚ ਜਿੱਤੇ ਸਾਰੇ। ਤੇ ਇਹ ਸੰਗਤ ਦਾ ਜਿਹੜਾ ਪੈਸਾ ਆ ਉਹ ਪੋਲੀਟੀਕਲ ਜਾ ਰਿਹਾ। ਫਿਰ ਜਿਹੜੀ ਗੱਲ ਹੁਣ ਕਰਦੇ ਆ ਕੰਜ਼ਰਵੇਟਿਵ ਪਾਰਟੀ ਦੀ, ਇਹਨਾਂ ਨੇ ਇਹ ਕਿਹਾ ਸੀ ਕਿ ਇੱਕ ਕਾਰਡ ਦੇ ਨਾਲ ਨਾ ਫਿਰ ਇੱਕ ਲੂਪ ਹੋਲ ਹੋਰ ਕੱਢ ਲਿਆ ਲੋਕਾਂ ਨੇ। ਹਾਂਜੀ, ਕਿ ਜਿਹੜੇ ਤੁਸੀਂ ਮਾਰਕੀਟ ਦੇ ਵਿੱਚ ਜਾਂਦੇ ਨਾ, ਵੀਜ਼ਾ ਮਿਲ ਜਾਂਦਾ, ਮਾਸਟਰ ਕਾਰਡ ਮਿਲ ਜਾਂਦਾ, $100 ਦਾ, $200 ਦਾ, $500 ਵਾਲੇ। ਹਾਂਜੀ, ਜਿੱਦਾਂ ਗਿਫਟ ਕਾਰਡ ਜਿੱਦਾਂ ਹੁੰਦੇ। ਹਾਂਜੀ, ਉਹ ਵਰਤਣੇ ਸ਼ੁਰੂ ਕਰਤੇ। ਫਿਰ ਇਹਨਾਂ ਨੇ ਉਹ ਬੰਦ ਕੀਤੇ, ਕਿਉਂਕਿ ਉਹ ਤਾਂ ਪਰਸਨਲ ਨਹੀਂ ਨਾ। ਹਾਂਜੀ, ਉਹ ਤਾਂ ਕੋਈ ਵੀ ਜਾ ਕੇ ਲੈ ਸਕਦਾ, ਸੇਫਵੇ ਦੇ ਵਿੱਚ ਜਾ ਕੇ 1000 ਕਾਰਡ ਚੱਕ ਸਕਦਾ ਜੀ। ਹੁਣ ਇਹਨਾਂ ਨੇ ਇਹ ਕੀਤਾ ਇਹ ਆ ਕਿ ਇੱਕ ਬੰਦੇ ਦਾ ਕਾਰਡ, ਜੇ ਫੈਮਿਲੀ ਦੀ ਮੈਂਬਰਸ਼ਿਪ ਠੀਕ ਹੈ, ਉਹ ਤੁਸੀਂ ਦੇ ਸਕਦੇ ਹੋ। ਸਿਰਫ ਆਪਣੀ ਨਹੀਂ, ਆਪਣੀ ਫੈਮਿਲੀ ਦੀ ਦੇ ਸਕਦੇ ਹੋ, ਪਰ ਉਹ ਐਡਰੈਸ ਤੇ ਰਹਿੰਦੀ ਹੋਵੇ। ਹਾਂਜੀ, ਪਰ ਇਹਨਾਂ ਨੇ ਹੁਣ ਸਾਰੀ ਆਡਿਟਿੰਗ ਕਰਵਾਈ ਹੈ। ਦੇਖੋ, ਇਹਨਾਂ ਦੀ ਪਾਰਟੀ ਦੇ ਵਿੱਚੋਂ ਹੀ ਬੰਦਿਆਂ ਨੇ ਕਰਾਈ ਹੈ। ਉਹਨਾਂ ਨੇ ਕਿਹਾ ਕਿ 8 ਕਾਰਡ ਸਿਰਫ ਵਰਤੇ ਆ 4619 ਮੈਂਬਰਸ ਲੈਣ ਲਈ। ਡਾਕਟਰ ਸਾਹਿਬ, ਘਰ ਦਾ ਭੇਤੀ ਉਲੰਘਣਾ ਢਾਉਂਦਾ ਹੁੰਦਾ ਵੈਸੇ। ਗੱਲ ਠੀਕ ਹੀ ਆ, ਘਰ ਦਾ ਭੇਤੀ ਆ ਜਿਹੜੇ ਹਾਲੇ ਤਾਈਂ ਜੇਸਨ ਕੈਨੀ ਦੇ ਪਿੱਛੇ ਪਏ ਆ। ਹੁਣ ਬਹੁਤ ਸਾਰੀਆਂ ਕਿਆਸਰਾਈਆਂ ਲੱਗ ਰਹੀਆਂ ਵੀ ਜੇ ਜੇਸਨ ਕੈਨੀ ਜਿੱਤ ਵੀ ਜਾਂਦੇ ਆ ਲੀਡਰਸ਼ਿਪ ਰੇਸ, ਜੇ ਉਹਨਾਂ ਦੀ ਪਾਪੂਲੈਰਿਟੀ ਫੇਰ ਵੀ ਹਾਲੇ ਘੱਟ ਹੈ, ਜੇ ਤਾਂ ਉਹ 67% 70% ਲੈ ਜਾਂਦੇ ਆ ਫੇਰ ਤਾਂ ਸੇਫ ਹੈ। ਹਾਂਜੀ, ਤੇ ਜੇ 50% ਹੀ ਲੈ ਕੇ ਜਾਂਦੇ ਆ, 50% +1 ਕਹਿੰਦੇ, ਉਹ ਮੈਂ ਲੈ ਜਾਵਾਂ ਤਾਂ ਮੈਂ ਰਹਿਣਾ ਹੈ। ਹਾਂਜੀ, ਤਾਂ ਉਹ 50% +1 ਤਾਂ ਇਹ ਆ ਵੀ ਇੱਕ ਵੋਟ ਜ਼ਿਆਦਾ ਪੈ ਗਈ ਜੀ। ਇੱਕ ਵੋਟ ਜ਼ਿਆਦਾ ਪੈ ਕੇ ਤੁਸੀਂ ਲੀਡਰ ਨਹੀਂ ਰਹਿ ਸਕਦੇ ਜੀ। ਤੇ ਉਹਨਾਂ ਦੀਆਂ ਜਿਹੜੀਆਂ ਪ੍ਰੋਬਲਮ ਵੱਧ ਰਹੀਆਂ, ਉਹਦੇ ਨਾਲ ਵਿਰੋਧੀ ਧਿਰ ਵਾਲੀ NDP ਨੂੰ ਉਹਨਾਂ ਨੂੰ ਖੁਸ਼ੀ ਹੋ ਰਹੀ ਹੈ। ਹਾਂਜੀ, ਕਿਉਂਕਿ ਉਹਨਾਂ ਦਾ ਫਾਇਦਾ ਹੋ ਜਾਣਾ। ਉਹਨਾਂ ਦਾ ਫਾਇਦਾ ਹੋ ਰਿਹਾ। ਹਾਂਜੀ, ਇਹਨਾਂ ਲਈ ਵੱਡਾ ਚੈਲੰਜ ਹੈ ਜੀ। ਦੇਖੋ, ਜੇ ਲੀਡਰਸ਼ਿਪ ਇਹ ਜਿਹੜੀ ਹੈਗੀ ਆ, ਹਰ ਰੇਸ ਜਿੱਤ ਵੀ ਜਾਂਦੇ ਆ, ਰਿਵਿਊ ਜੋ ਵੀ ਇਹ ਆਉਣੀ ਆ ਰਿਪੋਰਟ 18th ਨੂੰ, ਪਰ ਉਸ ਤੋਂ ਬਾਅਦ ਦੇਖੋ ਫਿਰ ਇਲੈਕਸ਼ਨ ਆ ਜਾਣੀ ਆ। ਤੇ ਜਿਵੇਂ ਹੁਣੇ ਤੁਸੀਂ ਮੈਂਸ਼ਨ ਕੀਤਾ ਕਿ ਇਹਦਾ ਜਿਹੜਾ ਫਾਇਦਾ ਹੈਗਾ ਇਹ NDP ਨੂੰ ਹੋ ਜਾਣਾ ਆ। ਜਿਹੜੇ ਪਾਪੂਲੈਰਿਟੀ ਸਰਵੇ ਆ ਉਹ ਤੇ ਇਹੀ ਕਹਿ ਰਹੇ ਆ, ਪਰ ਕੀ ਕਹਿੰਦੇ ਹੁੰਦੇ ਆ, ਜਿੱਦਾਂ ਕਹਿੰਦੇ ਵੀ ਚਾਹ ਪੀਣ ਲੱਗੇ ਆ ਤੇ ਓਪੀਨੀਅਨ ਹੋਰ ਹੁੰਦਾ, ਚਾਹ ਤੋਂ ਬਾਅਦ ਹੋਰ ਹੁੰਦਾ। ਹਾਂਜੀ, ਬਿਲਕੁਲ, ਕੁਝ ਵੀ ਬਦਲ ਸਕਦਾ। ਬਹੁਤ ਸਮਾਂ ਪਿਆ ਜੀ। ਸਮਾਂ ਜਿਹੜਾ ਆ
ਉਹ ਬਹੁਤ ਕੁਝ ਬਦਲ ਦਿੰਦਾ। ਹਾਂਜੀ, ਹਜੇ ਤਾਂ ਸਿਰਫ ਲੋਕ ਕਿਆਸ ਰਾਈਆਂ ਹੀ ਲਾ ਰਹੇ ਹੈਗੇ ਆ, ਪਰ ਕਹਿ ਲਓ ਕਿ ਪਤਾ ਲੱਗ ਜਾਣਾ 18th ਨੂੰ ਕਿਹੜਾ ਬਹੁਤ ਦਿਨ ਨੇ, ਪਰਸੋਂ ਨੂੰ ਸਾਰਾ ਕੁਝ ਸਾਹਮਣੇ ਆਈ ਜਾਣਾ, ਬਿੱਲੀ ਥੱਲਿਓ ਬਾਹਰ ਆਈ ਜਾਣੀ ਆ। ਡਾਕਟਰ ਸਾਹਿਬ, ਰੁੱਖ ਕਰਦੇ ਹਾਂ ਜੀ ਹੁਣ ਅਗਲੀ ਖਬਰ ਵੱਲ, ਜਿਸ ਦਾ ਸਬੰਧ ਹੈ ਆਟਵਾ ਦੇ ਨਾਲ। ਆਟਵਾ ਪੁਲਿਸ ਦੀ ਕਾਫੀ ਜ਼ਿਆਦਾ ਆਲੋਚਨਾ ਹੋ ਰਹੀ ਆ। ਮੁੱਦਾ ਕੀ ਸੀ ਕਿ ਡਰੈਸ ਕੋਡ ਨੂੰ ਲੈ ਕੇ ਕੈਥੋਲਿਕ ਹਾਈ ਸਕੂਲ ਦੇ ਬਾਹਰ ਵਿਦਿਆਰਥੀ ਪ੍ਰੋਟੈਸਟ ਕਰ ਰਹੇ ਸਨ ਤੇ ਕੁੜੀਆਂ ਨੂੰ ਟਾਰਗੇਟ ਕੀਤਾ ਗਿਆ ਸੀ, ਇਸੇ ਕਰਕੇ ਤੇ ਪੁਲਿਸ ਦੀ ਜਿਹੜੀ ਕਾਰਗੁਜ਼ਾਰੀ ਸੀ ਉਹ ਬਹੁਤ ਜ਼ਿਆਦਾ ਨਿੰਦਣਯੋਗ ਸੀ। ਇਹ ਸਾਰਾ ਮਸਲਾ ਕੀ ਹੈ? ਦੇਖੋ, ਕੈਨੇਡਾ ਦੇ ਵਿੱਚ ਕੈਨੇਡੀਅਨ ਸਰਕਾਰ, ਲਿਬਰਲ ਮੀਡੀਆ ਇੱਥੇ ਦਾ, ਔਰਤਾਂ ਦੀਆਂ ਜਥੇਬੰਦੀਆਂ, ਇਹ ਸਾਰੇ ਰਲ ਕੇ ਤਾਲਿਬਾਨ ਦੀ ਗੱਲ ਕਰਦੇ ਕਿ ਤਾਲਿਬਾਨ ਨੇ ਔਰਤਾਂ ਦੇ ਖਿਲਾਫ ਆਹ ਕਰਤਾ, ਉਹ ਕਰਤਾ, ਉਹ ਕਰਦੇ ਵੀ ਆ ਜੀ, ਠੀਕ ਗੱਲ ਹੈ। ਪਰ ਇੱਥੇ ਕੈਥੋਲਿਕ ਚਰਚ ਜਿਹੜਾ ਆ ਬਹੁਤ ਵੱਡਾ ਉਹ ਐਜੂਕੇਸ਼ਨ ਸਿਸਟਮ ਕੰਟਰੋਲ ਕਰਦਾ ontario ਦੇ ਵਿੱਚ ਤੇ ਕਿਵੈਕ ਦੇ ਵਿੱਚ, ਦੋਹਾਂ 'ਚ ਜੀ। ਉਹਨਾਂ ਨੇ ਡਰੈਸ ਕੋਡ ਜਿਹੜੇ ਲਾਏ ਆ ਕੁੜੀਆਂ ਲਈ, ਖਾਸ ਤੌਰ ਤੇ ਮੋਡੈਸਟ, ਜਿਹਨੂੰ ਅਸੀਂ ਮੋਡੈਸਟੀ ਕਹਿੰਦੇ ਹਾਂ ਕਿ ਮੋਡੈਸਟੀ ਦਿਖਾਲਣ ਲੜਕੀਆਂ। ਹੁਣ ਇੱਕ ਦਿਨ ਟੈਂਪਰੇਚਰ ਉੱਥੇ ਹੋਇਆ 30 ਡਿਗਰੀ ਜੀ, ਕਾਫੀ ਗਰਮੀ ਸੀ ਤੇ ਲੜਕੀਆਂ ਨੇ, ਕਈਆਂ ਨੇ ਸ਼ਾਰਟਸ ਜਿਹੜੇ ਕੱਚੇ ਕਹਿੰਦੇ ਅਸੀਂ, ਕੱਚੇ ਪਾਉਣੇ ਸ਼ੁਰੂ ਕਰਤੇ ਤੇ ਜਿਹੜੀਆਂ ਉਹਨਾਂ ਨੇ ਕੁਝ ਛੋਟੀਆਂ ਸਕਰਟਸ ਪਾ ਕੇ ਆਈ। ਉਹਦਾ ਕਰਕੇ ਪ੍ਰਿੰਸੀਪਲ ਨੇ ਕਹਿ ਦਿੱਤਾ ਕਿ ਇਹਨਾਂ ਨੇ ਜਿਹੜੀ ਡਰੈਸ ਕੋਡ ਦੀ ਵਾਇਲੇਸ਼ਨ ਕੀਤੀ ਹੈ। ਹਾਂਜੀ, ਉਹ ਲੜਕੀਆਂ ਨੂੰ, ਦਰਜਨਾਂ ਲੜਕੀਆਂ ਨੂੰ ਲੈ ਕੇ ਆਏ ਸੀ ਜੀ, ਦਰਜਨਾਂ ਲੜਕੀਆਂ ਨੂੰ ਲੈ ਕੇ ਗਏ ਆ ਦਫ਼ਤਰ ਦੇ ਵਿੱਚ। ਉੱਥੇ ਦਫ਼ਤਰ ਦੇ ਵਿੱਚ ਸਟਾਫ ਜਿਹੜਾ ਦੋਏ ਖੜੇ ਸੀ, ਮੇਲ ਤੇ ਫੀਮੇਲ ਜੀ, ਔਰਤਾਂ ਵੀ ਖੜੀਆਂ ਸੀ, ਮਰਦ ਵੀ ਖੜੇ ਸੀ। ਤਾਂ ਉਹਨਾਂ ਦੀ ਸ਼ਾਰਟਸ ਜਿਹੜੀਆਂ ਉਹਨਾਂ ਦੀ ਮਿਹਨਤੀ ਕਰ ਰਹੇ ਤਾਂ ਫਿਰ ਉਹਨਾਂ ਦੀਆਂ ਸਕਰਟਸ ਦੀ ਮਿਹਨਤੀ ਕਰ ਰਹੇ ਜੀ, ਇਨ ਫਰੰਟ ਆਫ ਐਵਰੀਬਾਡੀ, ਸਾਰਿਆਂ ਦੇ ਉਹਨਾਂ ਸਾਹਮਣੇ ਜੀ। ਤਾਂ ਉਹਨਾਂ ਨੂੰ ਕਹਿ ਰਹੇ ਵੀ ਤੁਸੀਂ ਛੋਟੀਆਂ ਸਕਰਟਸ ਪਾ ਕੇ ਆਈਆਂ ਤੇ ਛੋਟੀਆਂ ਹੀ ਸ਼ਾਰਟਸ ਪਾ ਕੇ ਆਈਆਂ। ਉਹ ਮੁੰਡਿਆਂ ਨੇ ਸਗੋਂ ਤੇ ਇਸ ਗੱਲ ਤੇ ਗੁੱਸਾ ਕੀਤਾ। ਉਹ ਬਾਹਰ ਸਟੂਡੈਂਟ ਇਕੱਠੇ ਹੋ ਗਏ, ਉਹਨਾਂ ਨੇ ਪ੍ਰੋਟੈਸਟ ਕੀਤਾ ਜੀ। ਉਹ ਕਹਿੰਦੇ ਵੀ ਇੱਕ ਵੀ ਮੁੰਡੇ ਦੀ ਇਹਨਾਂ ਨੇ, ਉਹ ਵੀ ਤਾਂ ਕੱਛੇ ਪਾ ਕੇ ਆਏ ਆ। ਹਾਂਜੀ, ਉਹਨਾਂ ਦਾ ਕਿਸੇ ਨੇ ਨਹੀਂ ਮਿਲਿਆ, ਕਿਸੇ ਨੇ ਉਹਨਾਂ ਨੂੰ ਕਿਹਾ, ਕੁੜੀਆਂ ਨੂੰ ਸਿਰਫ ਟਾਰਗੇਟ ਕੀਤਾ। ਤੇ ਜਿਹੜੇ ਬੰਦੇ ਤਾਲਿਬਾਨ ਦੇ ਖਿਲਾਫ ਬੋਲਦੇ ਰਹਿੰਦੇ ਆ, ਇਹਨਾਂ ਦੀ ਤਾਲਿਬਾਨ ਦੇ ਖਿਲਾਫ ਵੀ ਬੋਲੋ। ਆਪਣੀ ਪੀੜ੍ਹੀ ਹੇਠ ਤਾਂ ਕੋਈ ਨਹੀਂ ਸੋਟਾ ਮਾਰਦਾ ਡਾਕਟਰ ਸਾਹਿਬ, ਕੋਈ ਨਹੀਂ ਮਾਰਦਾ। ਅੱਛਾ, ਫੇਰ ਜਿਹੜੀ ਆਟਵਾ ਪੁਲਿਸ ਦੀ ਕਾਰਗੁਜ਼ਾਰੀ ਦੇਖੋ, ਉਹ ਆਏ ਆ ਪੀਸਫੁਲ ਪ੍ਰੋਟੈਸਟ ਕਰ ਰਹੇ ਸਟੂਡੈਂਟਸ ਬਾਹਰ, ਤੇ ਜੇ ਤੁਸੀਂ ਵੀਡੀਓ ਦੇਖਦੇ ਹੋ ਉਹਨਾਂ ਦੀ ਤਾਂ ਉਹ ਉਹਨਾਂ ਨਾਲ ਧੱਕਾ ਮੁੱਕੀ ਕਰਦੇ ਆ। ਹਾਂਜੀ, ਉਹਨਾਂ ਨੂੰ ਫੜਿਆ ਤੇ ਉਹਨਾਂ ਨੂੰ ਇਦਾਂ ਖਿੱਚ ਕੇ ਲਿਜਾ ਰਹੇ ਜਿੱਦਾਂ ਉਹ ਕ੍ਰਿਮੀਨਲ ਹੋਣ ਬੰਦੇ। ਹਾਂਜੀ, ਬਹੁਤ ਜ਼ਿਆਦਾ। ਜਦੋਂ ਆਪਾਂ ਵੀਡੀਓ ਦੇ ਵਿੱਚ ਦੇਖਦੇ ਹਾਂ, ਇੰਨੀ ਜ਼ਿਆਦਾ ਜਿਹੜੀ ਜ਼ਬਰਦਸਤੀ ਉਹਨਾਂ ਦੇ ਨਾਲ ਕੀਤੀ ਜਾ ਰਹੀ ਆ, ਇਹ ਲੱਗਦਾ ਕਿ ਪਤਾ ਨਹੀਂ ਕਿੰਨਾ ਕੁ ਵੱਡਾ ਇਹਨਾਂ ਨੇ ਕ੍ਰਾਈਮ ਕਰ ਦਿੱਤਾ ਹੁਣ। ਅੱਛਾ, ਫੇਰ ਉਹਨਾਂ ਦੀ ਗੱਲ ਦੇਖੋ ਤੁਸੀਂ, ਆਟਵਾ ਦੇ ਵਿੱਚ ਵੀ ਬੰਦੇ ਬੈਠੇ ਆ, ਪੋਲੀਟੀਸ਼ੀਅਨ ਬੈਠੇ ਆ, ਇਹਨਾਂ ਦੀ ਜ਼ੁਬਾਨ ਸਾਰਿਆਂ ਦੀ ਬੰਦ। ਕੈਥੋਲਿਕ ਜਿਹੜਾ ਚਰਚ ਆ, ਉਹਨਾਂ ਨੇ ਅਪੋਲੋਜਾਈਜ਼ ਕੀਤਾ, ਉਹਨਾਂ ਨੇ ਮਾਫੀ ਮੰਗੀ ਆ। ਚਲੋ, ਪਹਿਲਾਂ ਮਾਫੀ ਮੰਗਣੀ ਹੈ। ਪਹਿਲੀ ਗੱਲ ਇਹ, ਵੱਡੀ ਗੱਲ ਇਹ ਆ ਵੀ ਉਹਨਾਂ ਨੂੰ ਆਪਣਾ ਸਫਾਈ ਦੇਣੀ ਚਾਹੀਦੀ ਵੀ ਸਿਰਫ ਲੜਕੀਆਂ ਤੇ ਕਿਉਂ ਡਰੈਸ ਕੋਡ ਪਾਉਨੇ ਤੁਸੀਂ। ਹਾਂਜੀ, ਉਹਨਾਂ ਨੂੰ ਐਕਸਪਲੇਨੇਸ਼ਨ ਤਾਂ ਦੇਣੀ ਚਾਹੀਦੀ ਹੈ। ਮੋਡੈਸਟੀ ਤਾਂ ਬੰਦਿਆਂ 'ਚ ਵੀ ਹੋਣੀ ਚਾਹੀਦੀ ਜੀ। ਬਿਲਕੁਲ। ਇਹ ਕਾਲੀਆਂ ਐਨਕਾਂ ਲਾ ਕੇ ਤੁਰੇ ਫਿਰਦੇ ਹੁੰਦੇ ਆ ਵੀ ਛੋਟੀਆਂ, ਇਹ ਵੀ ਤਾਂ ਸ਼ਾਰਟਸ ਪਾ ਕੇ ਫਿਰਦੇ ਹੀ ਆ। ਹਾਂਜੀ, ਤੇ ਮੋਡੈਸਟੀ ਇਹਨਾਂ ਦੇ ਵਿੱਚ ਨਹੀਂ ਹੋਣੀ ਚਾਹੀਦੀ ਜੀ। ਬਿਲਕੁਲ ਡਾਕਟਰ ਸਾਹਿਬ। ਤੇ ਜਿਹੜੀ ਪੁਲਿਸ ਨੇ ਆ ਕੇ ਉਹਨਾਂ ਨਾਲ ਧੱਕੇਸ਼ਾਹੀ ਕੀਤੀ ਹੈ, ਪੁਲਿਸ ਨੇ ਅਜੇ ਤੱਕ ਅਪੋਲੋਜਾਈਜ਼ ਨਹੀਂ ਕੀਤਾ। ਹਾਂਜੀ, ਪੁਲਿਸ ਦੀ ਕੋਈ ਸਟੇਟਮੈਂਟ ਨਹੀਂ ਆਈ ਇਸ ਸਬੰਧ ਦੇ ਵਿੱਚ। ਉਹ ਤਾਂ ਹੀ ਆਊਗੀ ਜੇ ਸਾਡੇ ਪੋਲੀਟੀਸ਼ੀਅਨ ਕੁਝ ਕਹਿਣਗੇ ਤਾਂ। ਪੋਲੀਟੀਸ਼ੀਅਨਸ ਤਾਂ ਬਿਲਕੁਲ ਚੁੱਪ ਹੈ। ਤੁਸੀਂ ਕਹਿੰਦੇ ਆ ਕਿ ਰਸ਼ੀਆ ਵਾਲੇ ਆਟੋਕਰੈਟਸ ਆ ਜੀ, ਅਥਾਰਟੇਰੀਅਨ ਫਲਾਨਾ ਆ, ਤਾਂ ਤੁਸੀਂ ਆਪਣੀ ਪੁਲਿਸ ਦੀ ਕਾਰਵਾਈ ਦੇਖ ਲਓ ਜੀ। ਬਿਲਕੁਲ ਅਤ ਨਿੰਦਣਯੋਗ ਕਾਰਵਾਈ ਹੈ ਡਾਕਟਰ ਸਾਹਿਬ ਇਹਨਾਂ ਦੀ ਪੁਲਿਸ ਦੀ, ਇਸ ਮਸਲੇ ਦੇ ਉੱਤੇ ਤਾਂ ਖਾਸ ਕਰਕੇ ਜੀ। ਪ੍ਰੈਜ਼ੀਡੈਂਟ ਜੋ ਬਾਈਡਨ ਜੋ ਹੈਗੇ ਆ, ਇੱਕ ਵਾਰ ਫੇਰ ਉਹ ਹੁਣ ਸਵਾਲਾਂ ਦੇ ਘੇਰੇ ਵਿੱਚ ਆ ਗਏ ਆ। ਅਮਰੀਕਾ ਦੀ ਸੈਨੇਟ ਨੇ ਜਾਸੂਸੀ ਬਾਰੇ ਉਹਨਾਂ ਤੋਂ ਕੁਐਸਚਨਸ ਕੀਤੇ ਹੈਗੇ ਆ, ਇਸ ਬਾਰੇ ਕੀ ਕਹਿਣਾ ਚਾਹੋਗੇ? ਸੈਨੇਟ ਦੇ ਵਿੱਚ ਇੰਟੈਲੀਜੈਂਸ ਕਮੇਟੀ ਦੀ ਮੀਟਿੰਗ ਸੀ, ਉਹਨਾਂ ਨੇ ਵੀ ਜਾਣਬੁੱਝ ਕੇ ਰਿਪਬਲਿਕਨਸ ਨੇ ਇਸੇ ਗੱਲ ਤੇ ਫੋਕਸ ਕੀਤਾ ਜਿਹੜੀਆਂ ਜੋ ਬਾਈਡਨ ਦੀਆਂ ਗਲਤੀਆਂ ਹੈ। ਹਾਂਜੀ, ਉਹ ਕਹਿੰਦੇ ਕਿ ਸਾਨੂੰ 2 ਜਾਸੂਸੀ ਦੀਆਂ ਖਬਰਾਂ ਮਿਲੀਆਂ ਸੀ। ਇੰਟੈਲੀਜੈਂਸ ਜਿਹੜੀ ਅਫਗਾਨਿਸਤਾਨ ਦੀ ਮਿਲੀ ਉਹ ਵੀ ਗਲਤ ਸੀ, ਜਿਹੜੀ ਯੂਕਰੇਨ ਦੀ ਮਿਲੀ ਉਹ ਵੀ ਗਲਤ ਸੀ। ਹਾਂਜੀ,
ਉਹ ਕਹਿੰਦੇ ਜੇ ਗਲਤ ਇਨਫੋਰਮੇਸ਼ਨ ਸਾਨੂੰ ਮਿਲਦੀ ਆ ਉਹਦੇ ਬੇਸ ਤੇ ਅਸੀਂ ਪਾਲਿਸੀ ਕਿੱਦਾਂ ਬਣਾ ਸਕਦੇ ਹਾਂ, ਕਿਉਂਕਿ ਅਫਗਾਨਿਸਤਾਨ ਦੇ ਵਿੱਚ ਅਮਰੀਕਨ ਇੰਟੈਲੀਜੈਂਸ ਇਹ ਕਹਿੰਦੀ ਸੀ ਕਿ ਉਹਨਾਂ ਦੀ ਜਿਹੜੀ ਸਟੇਟ ਦੀ ਫੌਜ ਆ ਗਾਨੀ ਹੋਣਾ ਦੀ ਉਹ ਵਿਦ ਸਟੈਂਡ ਕਰਨ ਵਾਲੀ ਹੈਗੀ, ਉਹਨਾਂ ਨੇ ਤਾਲਿਬਾਨ ਨੂੰ ਪਾਵਰ 'ਚ ਨਹੀਂ ਆਉਣ ਦੇਣਾ। ਉਹ ਇੰਨੀ ਗਲਤ ਸੀ ਕਿ ਜਿੱਦਣ ਅਮਰੀਕਨ ਹਾਲੇ ਖੜੇ ਹੀ ਸੀ ਉੱਥੇ 에ਅਰਪੋਰਟ ਤੇ ਉਦਣ ਹੀ ਤਾਲਿਬਾਨ ਨੇ ਟੇਕ ਓਵਰ ਕਰ ਲਿਆ। ਹਾਂਜੀ, ਉਹ ਕਹਿੰਦੇ ਵੀ ਇੰਨੀ ਗਲਤ ਇਨਫੋਰਮੇਸ਼ਨ ਤੁਸੀਂ ਕਿੱਦਾਂ ਲੈ ਸਕਦੇ ਹੋ ਜੀ, ਇਹ ਟੋਟਲ ਫੇਲੀਅਰ ਹੈ। ਤੇ ਇਹ ਫੇਲੀਅਰ ਹੈਗਾ ਜੋ ਬਾਈਡਨ ਦਾ। ਜੋ ਬਾਈਡਨ ਦੀ ਤੇ ਵਿਚਾਰੇ ਦੀ ਨਾ ਅਪਰੂਵਲ ਰੇਟਿੰਗ ਡੇ ਬਾਏ ਡੇ ਹਮੇਸ਼ਾ ਡਾਊਨ ਹੀ ਹੁੰਦੀ ਆ, ਥੋੜੀ ਬਹੁਤੀ ਜਿਹੜੀ ਕਸਰ ਰਹਿ ਜਾਂਦੀ ਇਦਾਂ ਨਿਕਲ ਜਾਂਦੀ ਆ। ਉਹਨਾਂ ਨੇ ਤਾਂ ਫਿਰ ਟਾਰਗੇਟ ਕਰਨਾ ਹੀ ਕਰਨਾ ਹੈ। ਹਾਂਜੀ ਬਿਲਕੁਲ। ਦੂਸਰੀ ਜਿਹੜੀ ਯੂਕਰੇਨ ਦੀ ਗੱਲ ਹੈ, ਯੂਕਰੇਨ ਬਾਰੇ ਐਕਚੁਅਲੀ ਪਿਊਟਨ ਦੀ ਵੀ ਉਧਰ ਇੰਟੈਲੀਜੈਂਸ ਦੀ ਰੌਲਾ ਪੈ ਰਿਹਾ। ਹਾਂਜੀ, ਉੱਥੇ ਖਬਰਾਂ ਨਹੀਂ ਦਿੰਦੇ, ਵੈਸੇ ਉੱਥੇ ਤੁਸੀਂ ਜੇ ਰਸ਼ੀਅਨ ਮੀਡੀਆ ਪੜ੍ਹਦੇ ਆ ਉਹਨਾਂ ਦੇ ਵਿੱਚ ਇਹ ਖਬਰ ਆਉਂਦੀ ਆ ਕਿ ਪਿਊਟਨ ਦੀ ਇੰਟੈਲੀਜੈਂਸ ਤੇ ਵੀ ਉਹਦੇ ਆਲੋਚਕ ਜਿਹੜੇ ਆ ਕੁਐਸਚਨ ਕਰ ਰਹੇ। ਹਾਂਜੀ, ਹੁਣ ਇਹਨਾਂ ਦੀ ਅਮਰੀਕਨਸ ਦੀ ਕੀ ਸੀ ਇੰਟੈਲੀਜੈਂਸ ਦੀ, ਇਹਨਾਂ ਨੇ ਰਿਪੋਰਟ ਦਿੱਤੀ ਅਮਰੀਕਨ ਗਵਰਨਮੈਂਟ ਨੂੰ ਕਿ ਯੂਕਰੇਨ ਦੀ ਫੌਜ ਜਿਹੜੀ 3 ਜਾਂ 4 ਦਿਨ ਵੱਧ ਤੋਂ ਵੱਧ ਘੱਟ ਸਕਦੀ ਹੈ। ਹਾਂਜੀ, ਉਹਨਾਂ ਨੇ ਜਾਂਦੇ ਲੱਗਣਾ ਜੀ। ਤੇ ਉਹ ਕਹਿੰਦੇ ਕਿ ਹੁਣ 2 ਮਹੀਨੇ ਤੋਂ ਵੀ ਉੱਤਰ ਹੋ ਗਿਆ, ਕਿੰਨੇ ਤੀਜਾ ਮਹੀਨਾ ਜਾਂਦਾ ਹੁਣ। ਹਾਂਜੀ, ਵੀ ਜੇ ਇੰਨੇ ਹੀ ਮਾੜੇ ਸੀ, ਜੇ ਸਾਨੂੰ ਪਹਿਲਾਂ ਪਤਾ ਹੁੰਦਾ ਵੀ ਉਹ 2-3 ਮਹੀਨੇ ਕੱਟਣ ਜੋਗੇ ਹੈਗੇ ਆ, ਫਿਰ ਹੈਵੀ ਉਹਨਾਂ ਨੂੰ ਵੈਪਨ ਦਿੰਦੇ ਅਸੀਂ ਜੀ, ਪਹਿਲਾਂ ਹੀ ਦਿੰਦੇ ਅਸੀਂ। ਹਾਂਜੀ, ਅਸੀਂ ਤਾਂ ਨਹੀਂ ਵੈਪਨ ਦਿੱਤੇ ਕਿਉਂਕਿ ਸਾਨੂੰ ਲੱਗਦਾ ਸੀ ਵੀ ਇਹ ਰਸ਼ੀਅਨ ਆਰਮੀ ਦੇ ਹੱਥ 'ਚ ਆ ਜਾਣੇ। ਹਾਂਜੀ। ਅੱਛਾ, ਇਹ ਦੂਸਰਾ ਫੇਲੀਅਰ ਆ ਜੀ ਕਿ ਤੁਹਾਨੂੰ ਪਤਾ ਹੀ ਨਹੀਂ ਲੱਗਾ। ਹੁਣ ਸਵਾਲ ਇਹ ਪੈਦਾ ਹੁੰਦਾ, $63 ਬਿਲੀਅਨ ਇੰਟੈਲੀਜੈਂਸ ਤੇ ਖਰਚਦੇ ਆ। 63,000 ਬਿਲੀਅਨ ਅਮਰੀਕਨ ਉਹ ਵੀ ਜੀ, ਜਿਹੜਾ ਸਾਡਾ BC ਦਾ ਬਜਟ ਨਹੀਂ ਇੰਨਾ। ਹਾਂਜੀ। ਤੇ ਉਹਦੇ ਹਿਸਾਬ ਦੇ ਨਾਲ 1 ਲੱਖ ਬੰਦਾ ਆ ਜਿਹੜਾ ਇੰਟੈਲੀਜੈਂਸ ਦੇ ਵਿੱਚ EMPLOYE ਆ। ਹਾਂਜੀ, US ਦੇ ਵਿੱਚ ਡਾਇਰੈਕਟਲੀ। ਤੇ ਉਹਦੇ ਵਿੱਚੋਂ ਮਿਲਟਰੀ ਦੇ ਵੀ ਆ ਤੇ ਸਿਵਿਲੀਅਨਸ ਵੀ ਆ। ਹਾਂਜੀ। ਫਿਰ ਜ਼ਿਆਦਾ ਵੱਡਾ ਹਿੱਸਾ ਤਾਂ CIA ਦਾ, ਬਾਕੀ ਦੇ ਹੋਰ ਡਿਪਾਰਟਮੈਂਟਸ ਵੀ ਜਿਨ੍ਹਾਂ ਦੇ ਵਿੱਚ ਇੰਟੈਲੀਜੈਂਸ ਕਰਾਉਂਦੇ ਆ ਜੀ, ਉਹਨਾਂ ਦੇ ਵਿੱਚੋਂ ਇੰਟੈਲੀਜੈਂਸ 2 ਤਰੀਕੇ ਨਾਲ ਹੁੰਦੀ ਹੈ ਨਾ। ਇੱਕ ਤਾਂ ਇਕੱਠੀ ਕਰਨੀ ਹੈ। ਹਾਂਜੀ, ਇੰਟੈਲੀਜੈਂਸ ਦੇ ਵੀ ਵੱਖਰੇ ਤਰੀਕੇ ਹੈ ਨਾ। ਇੱਕ ਤਾਂ ਸਿਰਫ ਸਿੰਪਲ ਇਨਫੋਰਮੇਸ਼ਨ ਇਕੱਠੀ ਕਰਦੇ ਆ, ਫਿਰ ਉਹਨੂੰ ਐਨਾਲਾਈਜ਼ ਕਰਨ ਲਈ ਬੰਦੇ ਹੋਣੇ ਚਾਹੀਦੇ ਆ ਜੀ। ਇਹਨਾਂ ਦੇ ਕੋਲ 20,000 ਐਨਾਲਿਸਟ ਆ। 20,000 ਐਨਾਲਿਸਟ ਹੈ ਜਿਹੜਾ ਡਾਟਸ ਕਨੈਕਟ ਕਰਦਾ ਵੀ ਆਹ ਹੋਈ ਗੱਲ, ਆਹ ਹੋਈ, ਆਹ ਹੋਣ ਵਾਲਾ ਹੈ ਜੀ। ਤੁਸੀਂ ਤਾਂ ਹੀ ਪ੍ਰੋਜੈਕਟ ਕਰ ਸਕਦੇ ਹੋ। ਹਾਂਜੀ, ਜੇ ਇਨਫੋਰਮੇਸ਼ਨ ਵੱਖਰੀ ਪਈ ਰਹੂਗੀ ਤੁਹਾਨੂੰ ਕੀ ਪਤਾ ਲੱਗਣਾ ਕੀ ਹੋ ਰਿਹਾ ਜੀ। ਅੱਛਾ, ਜਿੱਦਾਂ ਹੁਣ ਜਾਰਜ ਬੁਸ਼ ਦੇ ਥੱਲੇ ਵੀ ਹੋਇਆ ਸੀ, ਇਹ ਬਹੁਤ ਵੱਡਾ ਫੇਲੀਅਰ ਸੀ। ਸਤੰਬਰ 2001 ਦੇ ਵਿੱਚ ਬੰਦੇ ਇੱਥੇ ਆਏ ਆ, ਟ੍ਰੇਨਿੰਗ ਲੈ ਰਹੇ ਆ। ਟ੍ਰੇਨਿੰਗ ਇੱਕ ਦਿਨ ਤਾਂ ਮਿਲ ਨਹੀਂ ਜਾਂਦੀ ਤੁਹਾਨੂੰ ਪਾਇਲਟ ਬਣਦੀ ਜੀ। ਪਾਇਲਟ ਬਣੇ US ਦੇ ਵਿੱਚ ਆ ਕੇ, ਫਿਰ ਉਹਨਾਂ ਨੇ ਜਹਾਜ਼ ਅਗਵਾ ਕੀਤਾ, ਉਹ ਮਾਰਿਆ ਵਰਲਡ ਟ੍ਰੇਡ ਸੈਂਟਰ ਦੇ ਵਿੱਚ। ਹਾਂਜੀ, ਕਿੱਡਾ ਵੱਡਾ ਕਲੋਸਲ ਮਿਸਟੇਕ ਹੈ ਇਹਨਾਂ ਦੀ ਜੀ। ਇੰਟੈਲੀਜੈਂਸ ਵਾਲੇ ਉਹ ਕਹਿੰਦੇ ਕਿੱਥੇ ਗਏ ਸੀ ਜੀ। ਕੰਪਲੀਟ ਫੇਲੀਅਰ। ਡਾਟਸ ਇਕੱਠੇ ਕਰਨ ਵਾਲੇ ਹੈ ਨਹੀਂ ਸੀ। ਇਨਫੋਰਮੇਸ਼ਨ ਤਾਂ ਤੁਸੀਂ ਇਕੱਠੀ ਕਰ ਸਕਦੇ ਹੋ ਜੀ। ਅੱਛਾ, ਫਿਰ ਇੰਟੈਲੀਜੈਂਸ ਦੇ ਵਿੱਚ ਉਹ ਬੰਦੇ ਹੁੰਦੇ ਆ ਜਿਨ੍ਹਾਂ ਤੋਂ ਹੋਰ ਕੰਮ ਕਰਾਏ ਜਾਂਦੇ ਆ। ਕਿਸੇ ਨੇ ਕਿਸੇ ਨੂੰ ਆਰਗੇਨਾਈਜੇਸ਼ਨ ਨੂੰ ਬਦਨਾਮ ਕਰਨਾ, ਕਿਸੇ ਨੇ ਕਿਸੇ ਧਰਮ ਨੂੰ ਬਦਨਾਮ ਕਰਨਾ, ਇਸ ਤਰ੍ਹਾਂ ਦੇ ਬੰਦੇ ਵੀ ਉਹਨਾਂ ਦੇ ਇੰਟੈਲੀਜੈਂਸ ਦੇ ਅੰਦਰ। ਇੰਟੈਲੀਜੈਂਸ ਇੱਕ ਤਰ੍ਹਾਂ ਦੀ ਨਹੀਂ ਨਾ ਜੀ। ਹੁਣ ਰਸ਼ੀਅਨ ਇੰਟੈਲੀਜੈਂਸ ਤੇ ਜਿਹੜੀ ਉਹਦੀ ਆਲੋਚਨਾ ਹੋ ਰਹੀ ਆ ਪਿਊਟਨ ਦੀ, ਉਹ ਕਹਿੰਦੇ ਕਿ ਕੁਝ ਜਨਰਲਸ ਨੇ ਉਹਨਾਂ ਨੂੰ ਕਿਹਾ ਸੀ ਕਿ ਸਾਨੂੰ ਬਲਿਟਜ਼ਕ੍ਰਿਗ ਕਰਨਾ ਚਾਹੀਦਾ। ਬਲਿਟਜ਼ਕ੍ਰਿਗ ਹੁੰਦਾ, ਇਹ ਜਰਮਨ ਵਰਡ ਆ, ਵੀ ਤੁਸੀਂ ਸਰਪ੍ਰਾਈਜ਼ ਅਟੈਕ ਕਰਨਾ ਔਰ ਇੰਨਾ ਵੱਡਾ ਅਟੈਕ ਕਰਨਾ ਨਾ ਜਿਹਦੇ ਵਿੱਚ ਇਨਫੈਂਟਰੀ ਹੋਵੇ, ਆਰਟਿਲਰੀ ਹੋਵੇ, ਆਰਮਰਡ ਕੋਰ ਹੋਵੇ, ਉੱਤੇ 에ਅਰ ਫੋਰਸ ਹੋਵੇ, ਮਤਲਬ ਬੰਦੇ ਨੂੰ ਮੋਰਲੇ ਨੂੰ ਸੁਰਤੇ ਨਾ ਆਉਣ ਦਿਓ। ਸੰਭਲਣ ਦਾ ਮੌਕਾ ਨਹੀਂ ਦੇਣਾ, ਸੰਭਲਣ ਦਾ ਮੌਕਾ ਹੀ ਨਹੀਂ ਦੇਣਾ ਤੁਸੀਂ। ਕਹਿੰਦੇ ਇਹਨਾਂ ਨੇ ਇਹਨੇ ਰਿਜੈਕਟ ਕਰਤੀ, ਬਲਿਟਜ਼ਕ੍ਰਿਗ ਨਹੀਂ ਕਰਨਾ ਸੀ ਜੀ। ਉਹ ਤਾਂ ਕੀਤਾ ਕਿ
ਇਹਨਾਂ ਦੀ ਇੰਟੈਲੀਜੈਂਸ ਕਹਿੰਦੀ ਸੀ ਰਸ਼ੀਆ ਵਾਲਿਆਂ ਦੀ, ਯੂਕਰੇਨੀਅਨ ਆਰਮੀ ਦੇ ਵਿੱਚ ਕੁਝ ਜਰਨੈਲ ਹਨ ਜਿਹੜੇ ਪ੍ਰੋ ਰਸ਼ੀਅਨ ਆ। ਉਹ ਕਹਿੰਦੇ ਵੀ ਜੇ ਤੁਸੀਂ ਬਲਿਟਜ਼ਕ੍ਰਿਗ ਕਰੋਗੇ ਤਾਂ ਫਿਰ ਤਾਂ ਅਸੀਂ ਮਾਰੇ ਜਾਣਾ, ਅਸੀਂ ਵੀ ਜਾਂਦੇ ਲੱਗਣ। ਜੇ ਤੁਸੀਂ ਮਾੜਾ ਜਿਹਾ ਹਮਲਾ ਕਰੋਗੇ ਫਿਰ ਅਸੀਂ ਜ਼ੇਲੈਂਸਕੀ ਨੂੰ ਉਲਟਾ ਦਿਆਂਗੇ, ਉਹਨੇ ਚਿਰ 'ਚ ਕੂ ਕਰ ਦਿਆਂਗੇ ਅਸੀਂ ਜੀ। ਉਹ ਕਹਿੰਦੇ ਵੀ ਕੂ ਤੁਹਾਡਾ ਕਿੱਥੇ ਗਿਆ? ਕੂ ਤਾਂ ਹੋਇਆ ਹੀ ਨਹੀਂ, ਹੁੰਦਾ ਰਾਜਪਾਲਟਾ ਤਾਂ ਹੋਇਆ ਹੀ ਨਹੀਂ ਉੱਥੇ। ਹਾਂਜੀ। ਜ਼ੇਲੈਂਸਕੀ ਤਾਂ ਉਦੋਂ ਹੀ ਤੁਰਿਆ ਫਿਰਦਾ। ਜੀ ਬਿਲਕੁਲ। ਉਹ ਤੁਹਾਡੇ ਜਿਹੜੇ ਹੋ ਸਕਦਾ ਤੁਹਾਡੇ ਨਾਲ 2-4 ਬੰਦੇ ਜਰਨੈਲ ਹੋਣ ਵੀ, ਉਹਨਾਂ ਦੀ ਕੀ ਪੋਜੀਸ਼ਨ ਹੋਣੀ ਆ ਕੀ ਨਹੀਂ ਹੋਣੀ, ਪਰ ਉਹਨਾਂ ਨੇ ਕੀਤਾ ਕੁਛ ਨਹੀਂ। ਹਾਂਜੀ। ਇਹ ਵੀ ਕਲੋਸਲ ਫੇਲੀਅਰ ਆ ਇੰਟੈਲੀਜੈਂਸ ਦਾ। ਜੀ ਬਿਲਕੁਲ। ਇੰਟੈਲੀਜੈਂਸ ਵਾਲੇ ਬਹੁਤ ਕੁਝ ਕਰਾਉਂਦੇ ਆ। ਤਾਂ ਕੋਈ ਬੰਦਾ ਇੰਡੀਆ ਦੇ ਵਿੱਚ ਕਿਤਾਬਾਂ ਕਤੂਬਾਂ ਲਿਖਦਾ ਹੁੰਦਾ ਸੀ, ਆਰਟੀਕਲਸ ਵੀ ਲਿਖ ਕੇ ਹੀ ਉਹਨੇ, ਤੇ ਉਹ ਕਹਿੰਦਾ ਸਾਡੇ ਪਿੰਡਾਂ ਦੇ ਵਿੱਚ ਤੁਸੀਂ ਦੇਖਿਆ ਕਿ ਸਾਧੂ ਜ਼ਰੂਰ ਹੁੰਦੇ ਆ। ਹਾਂਜੀ। ਹਰੇਕ ਪਿੰਡ ਦੇ ਵਿੱਚ, ਹਰੇਕ ਮੁਹੱਲੇ ਦੇ ਵਿੱਚ ਕੁਟੀਆ ਪਾ ਕੇ ਬੈਠੇ ਹੁੰਦੇ ਜੀ। ਉਹ ਕਹਿੰਦਾ ਕਿ ਪੁਰਾਣੇ ਜ਼ਮਾਨੇ ਤੋਂ ਲੈ ਕੇ ਅੱਜ ਤਾਈਂ ਇਹ ਇੰਟੈਲੀਜੈਂਸ ਦਾ ਸੋਰਸ ਹੁੰਦੇ ਸੀ, ਜਿਹੜੇ ਸਾਧੂ ਹੁੰਦੇ ਸੀ। ਸਭ ਤੋਂ ਜ਼ਿਆਦਾ ਇਨਫੋਰਮੇਸ਼ਨ ਉਹਨਾਂ ਤੋਂ ਹੁੰਦੀ ਹੈ। ਹਾਂਜੀ। ਕਿਹੜਾ ਕੀ ਬੰਦਾ ਕਰਦਾ ਕੀ ਨਹੀਂ ਕਰਦਾ। ਜੇ ਕਿਸੇ ਤੋਂ ਕੋਈ ਕੰਮ ਕਰਾਉਣਾ ਹੋਵੇ, ਹੁਣ ਕਈ ਬੰਦੇ ਲਾਏ ਹੋਣੇ ਆ ਹਿੰਦੂ ਧਰਮ ਨੂੰ ਬਦਨਾਮ ਕਰਨ ਲਈ, ਹੋਣਗੇ ਹਿੰਦੂ ਹੀ, ਪਰ ਉਹ ਗੱਲਾਂ ਇਦਾਂ ਦੀਆਂ ਕਰਨਗੇ ਜਿਨ੍ਹਾਂ ਉਹਨਾਂ ਦਾ ਧਰਮ ਬਦਨਾਮ ਹੋਵੇ। ਕੁਝ ਬੰਦੇ ਹੋਣੇ ਆ ਜਿਹੜੇ ਮੁਸਲਮਾਨ ਧਰਮ ਨੂੰ ਬਦਨਾਮ ਕਰਨ ਲਾਏ ਹੋਵੇ ਮੁਸਲਮਾਨ ਹੀ ਬੰਦਾ, ਪਰ ਗੱਲਾਂ ਇਦਾਂ ਦੀਆਂ ਕਰੇ ਜਿਹੜੀਆਂ ਬਿਲਕੁਲ ਹੀ ਉਸ ਧਰਮ ਨੂੰ ਦੂਜੇ ਬੰਦੇ ਨਿਖੇਧੀ ਕਰਨ, ਉਹਨਾਂ ਦਾ ਅਕਸ ਵਿਗਾੜ ਕੇ ਰੱਖਣਾ, ਉਹਦਾ ਅਕਸ ਵਿਗਾੜਨ ਲਈ। ਇਹ ਵੀ ਇੱਕ ਇੰਟੈਲੀਜੈਂਸ ਦਾ ਹਿੱਸਾ ਹੈ। ਇੰਟੈਲੀਜੈਂਸ ਸਿਰਫ ਇਹੀ ਨਹੀਂ ਕਿ ਇਨਫੋਰਮੇਸ਼ਨ ਲੈਣੀ ਹੈ ਤਾਂ ਉਹਨੂੰ ਡਾਟ ਕਨੈਕਟ ਕਰਨੇ ਆ ਜੀ। ਇੰਟੈਲੀਜੈਂਸ ਵਾਲੇ ਬਹੁਤ ਕੁਝ ਕਰਵਾਉਂਦੇ ਆ, ਜਿਵੇਂ ਗੁਰਪਤਵੰਤ ਸਿੰਘ ਪੰਨੂ ਆ, ਇਹਦੇ ਕੋਲੋਂ ਕੀ ਕਰਾਉਂਦੇ ਇੰਟੈਲੀਜੈਂਸ ਵਾਲੇ। ਹੁਣ ਕੋਈ ਬੰਦਾ ਪੁੱਛੂਗਾ ਕਿ ਤੁਹਾਨੂੰ ਕਿੱਦਾਂ ਪਤਾ। ਹੁਣ ਤੁਸੀਂ ਦੇਖੋ ਕਿ ਇੰਟੈਲੀਜੈਂਸ ਵਾਲਿਆਂ ਦੀਆਂ ਰਿਪੋਰਟਸ ਪੜ੍ਹੋ, ਉਹਨਾਂ ਨੂੰ ਐਨਾਲਾਈਜ਼ ਕਰੋ ਕਿ ਕਿੱਦਾਂ ਕਰਾਉਂਦੇ ਆ ਇਹਨਾਂ ਦੇ ਏਜੰਟਸ ਨੂੰ ਕਿੱਦਾਂ ਪਛਾਣ ਸਕਦੇ ਤੁਸੀਂ। ਹੁਣ ਜੇ ਤੁਹਾਨੂੰ ਕੋਈ ਬੰਦਾ ਆ ਕੇ ਦੱਸੇ ਮੈਂ ਜੰਗਲ 'ਚ ਇੱਕ ਜਾਨਵਰ ਦੇਖਿਆ, ਉਹ ਲੱਗਦਾ ਸੀ 50-52 ਕੁਇੰਟਲ ਦਾ, 10-11 ਫੁੱਟ ਲੰਮਾ, 4 ਲੱਤਾਂ ਸੀ, ਪੂਛ ਸੀ, ਤਾਂ ਉਹਦੇ ਮੂਹਰੇ ਚੁੰਝ ਜਿਹੀ ਥੱਲੇ ਨੂੰ ਬੜੀ ਲੰਬੀ ਸੀ, ਤਾਂ ਉਹ ਪਾਣੀ ਪੀਂਦਾ ਸੀ, ਤਾਂ ਉਹਦੇ ਕੰਨ ਬੜੇ ਸੀ, ਕਾਲੇ ਰੰਗ ਦਾ ਸੀ। ਕੀ ਕਹੋਗੇ ਤੁਸੀਂ ਜੀ? ਹਾਥੀ ਆ। ਉਹਨੂੰ ਨਾ ਪਤਾ ਹੋਵੇ, ਹਾਥੀ ਆ ਉਹ ਜੀ ਜੀ। ਸੋ ਇਦਾਂ ਦੇ ਤੁਸੀਂ ਡਾਟਸ ਕਨੈਕਟ ਕਰ ਸਕਦੇ ਹੋ। ਹਾਂਜੀ। ਕਿ ਬੰਦਾ ਕੋਈ ਇੰਟੈਲੀਜੈਂਸ ਦਾ ਬੰਦਾ ਕੀ ਕਰ ਰਿਹਾ ਜੀ, ਇੰਟੈਲੀਜੈਂਸ ਕਿਸੇ ਤੋਂ ਕੀ ਕਰਵਾ ਰਹੀ ਹੈ। ਹੁਣ ਜੇ ਤੁਸੀਂ ਜੰਗਲ 'ਚ ਜਾਂਦੇ ਆ, ਤੁਸੀਂ ਕਹੋਗੇ ਪ੍ਰੂਫ ਤੂੰ ਦੇ। ਹੁਣ ਜੰਗਲ ਦੇ ਵਿੱਚ ਕਿਤੋਂ ਸਰਟੀਫਿਕੇਟ ਲੈਣ ਜਾਓਗੇ ਕਿ ਹਾਥੀ ਦਾ ਕਾਸਟ ਸਰਟੀਫਿਕੇਟ ਦਿਓ ਸਾਨੂੰ ਜੀ। ਬਿਲਕੁਲ ਡਾਕਟਰ ਸਾਹਿਬ। ਤੇ ਇਦਾਂ ਹੀ ਇੰਟੈਲੀਜੈਂਸ ਏਜੰਸੀ ਦੇ ਜੰਗਲ ਆ ਜੀ। ਕਿਤੇ ਕਿਸੇ ਨੇ ਤੁਹਾਨੂੰ ਦੱਸਣਾ ਨਹੀਂ ਕਿ ਇਹ ਬੰਦਾ ਸਾਡਾ ਆ। ਹਾਂਜੀ। ਜੇ ਇਹੀ ਦੱਸ ਦੇਣ ਤਾਂ ਫੇਰ ਇੰਟੈਲੀਜੈਂਸ ਕਾਹਦੀ ਹੋਈ ਜੀ। ਬਿਲਕੁਲ। ਇਹ ਤਾਂ ਦੇਖਣਾ ਪੈਂਦਾ ਵੀ ਜੇ ਤੁਰਦਾ ਹੰਸ ਦੀ ਤਰ੍ਹਾਂ ਆ, ਖਾਂਦਾ ਹੰਸ ਦੀ ਤਰ੍ਹਾਂ, ਤਾਂ ਹੰਸ ਹੀ ਹੋਣਾ। ਹਾਂਜੀ। ਦੇਖਣਾ ਪੈਂਦਾ ਨਾ ਉਹਦੇ ਚਾਲ ਚੱਲਣ, ਢਾਲ, ਉਹਦੀ ਬੋਲੀ, ਉਹ ਕੀ ਗੱਲਾਂ ਕਰਦਾ ਆ, ਕਿਹੜੀਆਂ ਗੱਲਾਂ ਕਰਾਉਂਦਾ ਆ, ਤੇ ਉਹਨਾਂ ਬੇਸਿਸ ਤੇ ਤੁਸੀਂ ਦੱਸ ਸਕਦੇ ਕਿ ਫਲਾਨਾ ਬੰਦਾ ਇੰਟੈਲੀਜੈਂਸ ਦਾ ਬੰਦਾ ਹੈ। ਹਾਂਜੀ। ਐਨਾਲਾਈਜ਼ ਕਰਨਾ ਪੈਂਦਾ। ਹੁਣ ਦੇਖ ਲਓ ਜਾਲ ਪਾਇਆ ਦੁਨੀਆ ਦੇ ਵਿੱਚ, ਇੰਟੈਲੀਜੈਂਸ ਏਜੰਸੀ ਇੱਕ ਨਹੀਂ ਹੈ। ਹਾਂਜੀ। ਇਹ US ਦੇ ਵਿੱਚੋਂ ਅਸੀਂ ਗੱਲ ਕਰਦੇ ਹਾਂ, CIA ਦੇ ਡਾਇਰੈਕਟਲੀ ਜਿਹੜੇ ਆ 25% ਆ, ਲੱਖ ਦੇ ਵਿੱਚੋਂ 25% ਡਾਇਰੈਕਟਲੀ CIA ਨੇ ਭਰਤੀ ਕੀਤੇ। ਅੱਛਾ, ਫਿਰ ਉਹਨਾਂ ਦੇ ਵਿੱਚ ਪ੍ਰੋਫੈਸਰਸ ਵੀ ਆ ਜਿਨ੍ਹਾਂ ਨੂੰ ਬਾਹਰ ਭੇਜਦੇ ਆ, ਉਹਨਾਂ ਤੋਂ ਇੰਟੈਲੀਜੈਂਸ ਇਕੱਠੀ ਕਰਾਉਂਦੇ ਆ, ਔਰ ਉਹਨਾਂ ਤੋਂ ਗੱਲਾਂ ਵੀ ਕਰਾਉਂਦੇ ਹੋਣੇ ਆ, ਸੈਮੀਨਾਰ ਦਵਾਉਂਦੇ ਹੋਣੇ ਆ। ਫਿਰ ਇਹਨਾਂ ਦੇ ਵੱਖ-ਵੱਖ ਜਥੇਬੰਦੀਆਂ ਆ, ਔਰਤਾਂ ਦੀਆਂ ਜਥੇਬੰਦੀਆਂ ਆ, ਲੇਬਰ ਆਰਗੇਨਾਈਜੇਸ਼ਨ ਹੈ ਜਿਹੜੀ ਡਿਸਰਪਟ ਕਰਾਉਂਦੀ ਹੋਣੀ ਹੈ। ਹਾਂਜੀ। ਫਿਰ ਬੜਾ ਵੱਡਾ ਹਿੱਸਾ ਹੈ ਚੈਰੀਟੇਬਲ ਆਰਗੇਨਾਈਜੇਸ਼ਨਸ ਦਾ। ਇੰਡੀਅਨ ਗਵਰਨਮੈਂਟ ਨਹੀਂ ਕਰਦੀ, ਉਹਨੂੰ ਹੁਣ ਫੜਦੀ ਉਹਨਾਂ ਨੂੰ ਚੈਰੀਟੇਬਲ ਆਰਗੇਨਾਈਜੇਸ਼ਨ। ਹਾਂਜੀ। ਬਹੁਤ ਚਿਰ ਬਾਹਰਲੇ ਲੋਕੀ ਜਿਹੜੇ ਪੈਸੇ ਭੇਜਦੇ ਰਹੇ ਉਹਨਾਂ ਨੂੰ
ਤਾਂ ਉਹਨਾਂ ਦੇ ਕੋਲੋਂ ਇੰਟੈਲੀਜੈਂਸ ਕਰਾਉਂਦੇ ਸੀ। ਚੈਰੀਟੇਬਲ ਆਰਗੇਨਾਈਜੇਸ਼ਨ ਜਿਹੜੀ ਕਹਿੰਦੀ ਅਸੀਂ ਗਰੀਬਾਂ ਨੂੰ ਖੂਨ ਦਿੰਨੇ ਆ, ਗਰੀਬਾਂ ਨੂੰ ਹੈਲਪ ਕਰਦੇ ਆ, ਉਹਨਾਂ ਨੂੰ ਚਾਦਰਾਂ ਦੇਣ ਜਾਂਦੇ ਆ, ਉਹਨਾਂ ਨੂੰ ਲੰਗਰ ਦਿੰਨੇ ਆ। ਉਹਨਾਂ ਦੇ ਵਿੱਚ ਇੰਟੈਲੀਜੈਂਸ ਦੇ ਬੰਦੇ ਆ, ਜਿੱਦਾਂ ਸਾਡੇ ਨਹੀਂ ਸਾਧ ਜਿਹੜੇ ਕੁਟੀਆ ਵਾਲੇ ਆ ਉਹ ਇੰਟੈਲੀਜੈਂਸ ਦਿੰਦੇ ਸੀ। ਹਾਂਜੀ। ਤੇ ਇਸੇ ਤਰ੍ਹਾਂ ਇਹਨਾਂ ਦੀ ਚੈਰੀਟੇਬਲ ਆਰਗੇਨਾਈਜੇਸ਼ਨ ਦੇ ਵਿੱਚ ਹਰ ਇੱਕ ਆਰਗੇਨਾਈਜੇਸ਼ਨ ਦੇ ਵਿੱਚ, ਲੇਬਰ ਆਰਗੇਨਾਈਜੇਸ਼ਨ, ਵਿਮਨਸ ਆਰਗੇਨਾਈਜੇਸ਼ਨ, ਸਟੂਡੈਂਟ ਆਰਗੇਨਾਈਜੇਸ਼ਨ, ਉਹ ਦੇਖਦੇ ਆ ਹਰ ਇੱਕ ਵਰਗ ਦੀ ਇੰਟੈਲੀਜੈਂਸ ਕਿੱਦਾਂ ਮਿਲੇ, ਕੋਈ ਨਾ ਕੋਈ ਇਨਫੋਰਮੇਸ਼ਨ ਮਿਲੇ ਜਿਹੜੀ ਅਸੀਂ ਇਹਨਾਂ ਦੇ ਖਿਲਾਫ ਯੂਜ਼ ਕਰ ਸਕੀਏ। ਇੰਟੈਲੀਜੈਂਸ ਇਸੇ ਕਰਕੇ ਨਹੀਂ ਮਿਲੀ ਕਿ ਅਸੀਂ ਦੇਖਣਾ ਕਿ ਸ਼ਾਇਦ ਇਹਨਾਂ 'ਚ ਕੋਈ ਬੰਬ ਚਲਾਵੇ। ਜੇ ਉਹਨਾਂ ਨੇ ਡੀਸਟੇਬਲਾਈਜ਼ ਕਰਨਾ ਕਿਸੇ ਦੇਸ਼ ਨੂੰ, ਪਹਿਲਾਂ ਇੰਟੈਲੀਜੈਂਸ ਹੀ ਪਤਾ ਕਰਨਗੇ। ਹਾਂਜੀ। ਤੁਸੀਂ ਦੇਖਿਓ ਪਹਿਲਾਂ ਜਦੋਂ ਪੰਜਾਬ ਦੇ ਵਿੱਚ ਬ੍ਰਿਟਿਸ਼ ਨੇ ਰੂਲ ਕੀਤਾ, ਪਹਿਲਾਂ ਇਹਨਾਂ ਨੇ ਸੈਂਸਸ ਕਰਾਉਣੀਆਂ ਸ਼ੁਰੂ ਕੀਤੀਆਂ। ਸੈਂਸਸ ਤਾਂ ਹੀ ਕਰਾਉਂਦੇ ਸੀ ਕਿ ਪਤਾ ਤਾਂ ਲੱਗੇ ਵੀ ਬੰਦੇ ਇੱਥੇ ਕੌਣ ਰਹਿੰਦੇ ਆ। ਹਾਂਜੀ। ਫਿਰ 1881 ਦੇ ਵਿੱਚ ਬਹੁਤ ਵੱਡੀ ਇੱਕ ਸੈਂਸਸ ਕਰਾਈ ਇਹਨਾਂ ਨੇ, ਜਿਹਦੇ ਵਿੱਚ ਜ਼ਾਤਾਂ ਦਾ ਪਤਾ ਕੀਤਾ ਗਿਆ। ਜੇ ਕਿਸੇ ਨੇ ਕੋਈ ਜ਼ਾਤ ਦਾ, ਖਾਸ ਤੌਰ ਤੇ ਜੱਟਾਂ ਦਾ ਉਹਨਾਂ ਨੇ ਪਤਾ ਕੀਤਾ। ਜੱਟਾਂ ਤੇ ਕਿਤਾਬ ਲਿਖੀ ਐਬਟਸਨ ਨੇ, ਉਹ ਆਪ ਐਂਥਰੋਪੋਲੋਜਿਸਟ ਸੀ। ਉਹ ਇਸ ਕਰਕੇ ਪਤਾ ਕੀਤਾ ਕਿ ਇਹ ਬੰਦੇ ਇੰਨੇ ਚਿਰ ਦੇ ਇਸ ਹਲਕੇ ਦੇ ਵਿੱਚ ਚੌਧਰੀ ਬਣੇ ਬੈਠੇ ਆ। ਹਾਂਜੀ। ਇਹੀ ਫੌਜਾਂ ਲੈ ਕੇ ਬੈਠੇ ਆ, ਇਹੀ ਫੌਜ ਦੇ ਵਿੱਚ ਹੁੰਦੇ ਆ, ਇਹੀ ਹਾਕਮ ਬਣਦੇ ਆ। ਇਹਨਾਂ ਦੇ ਵਿੱਚ ਕਿਹੜੀ ਗੁਣ ਆ ਜਿਹੜੇ ਉਹ ਸਟੱਡੀ ਕਰਨਾ ਚਾਹੁੰਦੇ ਸੀ। ਸੋ ਸੈਂਸਸ ਲੈਣਾ ਆਪਣੇ ਆਪ ਦੇ ਵਿੱਚ ਹੀ ਇੰਟੈਲੀਜੈਂਸ ਇਕੱਠੀ ਕਰਨ ਵਾਲੀ ਗੱਲ ਸੀ। ਕਿਉਂਕਿ ਸੈਂਸਸ ਦੇ ਵਿੱਚ ਸਾਰੀ ਇਨਫੋਰਮੇਸ਼ਨ ਮਿਲ ਜਾਂਦੀ ਹੈ, ਉਹਨਾਂ ਨੂੰ ਪੂਰੀ ਇਨਫੋਰਮੇਸ਼ਨ ਪਈ ਹੈ। ਉਹਨਾਂ ਨੂੰ ਪਤਾ ਵੀ ਫਲਾਨਾ ਬੰਦਾ ਫਲਾਨੇ ਥਾਂ ਰਹਿੰਦਾ ਹੈ, ਕਿੰਨੇ ਪ੍ਰਤੀਸ਼ਤ ਬੰਦੇ ਕਿਹੜੀ ਜਾਤ ਨੂੰ ਬਿਲੋਂਗ ਕਰਦੇ, ਕਿੰਨੇ ਪ੍ਰਤੀਸ਼ਤ ਬੰਦੇ ਕਿਹੜੀ ਲੈਂਗੁਏਜ ਜਾਂ ਫਿਰ ਉਹਨਾਂ ਦਾ ਆਕੂਪੇਸ਼ਨ ਲਾ ਲਓ। ਫਿਰ ਉਹ ਵੱਖਰੀ ਜਾਤ ਦੀ ਹਿਸਟਰੀ ਦੇਖਦੇ ਸੀ। ਹਾਂਜੀ। ਕਿ ਇਹ ਬੰਦੇ ਕੀ ਕਰਦੇ ਰਹੇ ਪਿੱਛੋਂ। ਫਿਰ ਵੱਖਰੇ ਧਰਮਾਂ ਦੀ ਗੱਲ ਕਰਦੇ। ਫਿਰ ਉਹ ਦੇਖਦੇ ਵੀ ਇਹਨਾਂ ਨੂੰ ਕਿਹੜੀਆਂ ਗੱਲਾਂ ਜਿਹੜੀਆਂ ਅਸੀਂ ਯੂਜ਼ ਕਰ ਸਕਦੇ ਹਾਂ ਜੀ, ਜਿਹੜੀ ਆਪਣੇ ਹਿੱਤ ਦੇ ਵਿੱਚ ਵਰਤ ਸਕਦੇ ਹਾਂ, ਉਹ ਤਾਂ ਹੀ ਕਰਨਗੇ ਜੇ ਉਹਨੂੰ ਸਟੱਡੀ ਕਰਨਗੇ ਤਾਂ। ਹਾਂਜੀ, ਬਿਲਕੁਲ। ਸੋ ਇੰਟੈਲੀਜੈਂਸ ਜਿਹੜੀ ਹੈ ਇੱਕ ਚੀਜ਼ ਨਹੀਂ, ਇਹ ਬੜੀ ਕੰਪਲੀਕੇਟਡ ਗੱਲ ਹੈ। ਸੋ ਜਿਹੜੀ ਗੱਲ ਤੇ ਰਿਪਬਲਿਕਨ ਸੈਨੇਟਰਸ ਰੌਲਾ ਪਾ ਰਹੇ ਆ, ਉਹਨਾਂ ਦਾ ਮਤਲਬ ਇਹੀ ਆ ਵੀ ਬਾਈਡਨ ਨੂੰ, ਅਸੀਂ ਜੋ ਬਾਈਡਨ ਨੂੰ ਫੜਨਾ। ਜੋ ਬਾਈਡਨ ਦੇ ਅੰਡਰ ਆਹ ਦੋ ਗੱਲਾਂ ਬਹੁਤ ਵੱਡੀਆਂ ਗਲਤੀਆਂ ਹੋਈਆਂ। ਪਹਿਲਾਂ ਉਹਨਾਂ ਦੀ ਅਫਗਾਨਿਸਤਾਨ ਤੋਂ ਨੱਠਣ ਦੀ ਗਲਤੀ ਸੀ। ਅਮਰੀਕਨ ਸੋਚ ਰਹੇ ਆ ਕਿ ਅਸੀਂ ਬਿਲੀਅਨਸ ਆਫ ਡਾਲਰਸ ਦਿੱਤਾ ਉਹਨਾਂ ਨੂੰ ਜੀ, ਉਹਨਾਂ ਨੇ ਆਰਮੀ ਬਣਾਈ, ਉਹਨਾਂ ਨੇ ਆਹ ਬਣਾਇਆ, ਉਹਨਾਂ ਨੇ ਉਹ ਬਣਾਇਆ। ਇੰਡੀਆ ਵਾਲਿਆਂ ਨੇ $10 ਬਿਲੀਅਨ ਦਿੱਤਾ ਉਹਨੂੰ। ਹਾਂਜੀ। ਉਹਨਾਂ ਦੇ ਡੈਮ ਬਣਾਏ, ਉਹਨਾਂ ਦੀ ਪਾਰਲੀਮੈਂਟ ਦੀ ਬਿਲਡਿੰਗ ਵੀ ਇੰਡੀਆ ਵਾਲਿਆਂ ਨੇ ਬਣਾ ਕੇ ਦਿੱਤੀ ਹੈ। ਹਾਂਜੀ। ਅੱਛਾ, ਉਹ ਜਿਨ੍ਹਾਂ ਲਈ ਬਣਾ ਕੇ ਦਿੱਤਾ ਸੀ, ਜਿੱਦਣ ਅਮਰੀਕਨ ਨਿਕਲੇ ਉਦਣ ਹੀ ਜਾਂਦੇ ਲੱਗੇ ਉਹ। ਹਾਂਜੀ। ਸੋ ਇੰਟੈਲੀਜੈਂਸ ਫੇਲੀਅਰ ਹਰ ਇੱਕ ਪਾਸਿਓਂ ਹੋਇਆ ਜੀ। ਬਿਲਕੁਲ। ਡਾਕਟਰ ਸਾਹਿਬ, ਰੁਕ ਕਰਦੇ ਅਗਲੀ ਖਬਰ ਵੱਲ। ਇੱਕ ਨਾ ਰੀਸੈਂਟ ਪੋਲ ਆਇਆ, ਉਹਦੇ ਵਿੱਚ ਜਿਹੜੇ ਜ਼ਿਆਦਾਤਰ ਕੈਨੇਡੀਅਨਸ ਹੈਗੇ ਆ ਉਹ ਗਰੰਟਿਡ ਬੇਸਿਕ ਇਨਕਮ ਦੀ ਮੰਗ ਕਰਦੇ। ਉਹ ਕਹਿੰਦੇ ਕਿ ਹੋਣੀ ਚਾਹੀਦੀ ਆ, ਪਰ ਕੁਝ ਲੋਕ ਕਹਿੰਦੇ ਕਿ ਇਹ ਹੋਣੀ ਨਹੀਂ ਚਾਹੀਦੀ। ਇਸ ਪੋਲ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਗਾਰੰਟਿਡ ਬੇਸਿਕ ਇਨਕਮ ਤੇ ਬਹੁਤ ਡਿਸਕਸ਼ਨ ਹੁੰਦੀਆਂ। ਪਹਿਲਾਂ ਇਹ ਸ਼ੁਰੂ ਕੀਤਾ ਸੀ ਰਾਈਟ ਵਿੰਗ ਅਪਰੋਚ ਦੇ ਤੌਰ ਤੇ। ਉਹਨਾਂ ਨੇ ਇਹ ਦੇਖਿਆ ਕਿ 20ਵੀਂ ਸਦੀ ਦੇ ਵਿੱਚ ਖਾਸ ਤੌਰ ਤੇ ਵੈਲਫੇਅਰ ਸਟੇਟ ਜਿਹੜੀ ਸਾਡੀ, ਜਿੱਦਾਂ ਮੈਡੀਕਲ ਆ ਗਿਆ, ਉਸ ਤੋਂ ਬਾਅਦ ਫ੍ਰੀ ਐਜੂਕੇਸ਼ਨ ਆ ਗਈ, ਫਿਰ ਵੱਖ-ਵੱਖ ਤਰ੍ਹਾਂ ਦੀਆਂ ਪੈਨਸ਼ਨਸ ਆ ਗਈਆਂ, ਡਿਸੇਬਿਲਿਟੀਜ਼ ਆ ਗਈਆਂ। ਜਦੋਂ ਵੀ ਸਟੇਟ ਦੀ ਵੈਲਫੇਅਰ ਸਟੇਟ ਵੱਧਦੀ ਹੈ, ਉਸ ਵੇਲੇ ਉਹਨਾਂ ਨੂੰ ਬਿਊਰੋਕਰੇਟਸ ਵਧਾਉਣੇ ਪੈਂਦੇ ਆ, ਸਿਵਲ ਸਰਵੈਂਟਸ ਵਧਾਉਣੇ। ਆਖਰਕਾਰ ਤੇ ਉਹਨੂੰ ਡਿਲੀਵਰੀ ਦੇਣੀ ਪੈਂਦੀ ਹੈ ਨਾ ਕਿਸੇ ਤਰੀਕੇ ਨਾਲ ਜੀ। ਤੇ ਉਹ ਦੇਖਦੇ ਕਿ ਇੱਕ ਤਾਂ ਪੈਸੇ ਵੈਸੇ ਹੀ ਲੱਗ ਰਹੇ ਆ, ਦੂਸਰਾ ਜਿਹੜੀ ਬਿਊਰੋਕਰੇਟਸ ਹਾਇਰ ਕਰਦੇ ਆ ਤੁਸੀਂ, ਉਹ ਵਾਧੂ ਬਰਡਨ ਪਾਇਆ ਹੈ ਉਹਨਾਂ ਦਾ। ਜੇ ਲੋਕਾਂ ਤੋਂ ਸਿੱਧੇ ਹੀ ਪੈਸੇ ਹੋਣ ਤਾਂ ਫਿਰ ਉਹ ਤਰੀਕੇ ਨਾਲ ਉਹਨਾਂ ਨੂੰ ਵੈਲਫੇਅਰ ਨਾ ਦਿਓ, ਸਿੱਧੇ ਹੀ ਪੈਸੇ ਦੇ ਦਿਓ। ਹਾਂਜੀ। ਫਿਰ ਇਹ ਗੱਲ ਲੈਫਟ ਵਿੰਗ ਜਿਹੜੇ ਥਿੰਕ ਟੈਂਕਸ ਨੇ ਅਪਰੋਚ ਸ਼ੁਰੂ ਕਰ ਲਈ ਕਿ ਇਹ ਗੱਲ ਵਧੀਆ, ਵੈਸੇ ਪਾਵਰਟੀ ਰਿਡਕਸ਼ਨ ਲਈ ਚੰਗੀ ਗੱਲ ਹੈ। ਗਰੀਬੀ ਪੱਧਰ ਤੋਂ ਲੋਕੀ ਥੱਲੇ ਤਾਂ ਹੀ ਰਹਿੰਦੇ ਆ ਕਿਉਂਕਿ ਉਹਨਾਂ ਤੋਂ ਇਨਕਮ ਹੈ ਨਹੀਂ। ਹਾਂਜੀ।
ਜਿਹੜੀ ਵੈਲਫੇਅਰ ਸਟੇਟ ਆ ਉਹ ਤਾਂ ਨਹੀਂ ਉਹਨਾਂ ਨੇ ਕਿਹਾ ਖਤਮ ਕਰਨ ਨੂੰ। ਇਹਨਾਂ ਨੇ ਇਹ ਕਿਹਾ ਕਿ ਥੋੜੀ ਜਿਹੀ ਇਨਕਮ ਸਾਰੇ ਲੋਕਾਂ ਦੀ ਹੋਣੀ ਚਾਹੀਦੀ ਹੈ, ਚਾਹੇ ਕੋਈ ਗਰੀਬ ਆ ਚਾਹੇ ਅਮੀਰ ਆ, ਘੱਟੋ ਘੱਟ ਇਨਕਮ ਹੋਣੀ ਜੀ। ਜਿੱਦਾਂ ਮੇਰਾ ਖਿਆਲ 30,000 ਕਹਿੰਦੇ ਇੱਥੇ ਕੈਨੇਡਾ ਦੇ ਵਿੱਚ। ਹਾਂਜੀ ਹਾਂਜੀ 30,000, ਕੋਈ 25,000, ਕੋਈ 20,000 ਕਹਿੰਦਾ। 30,000 ਚਲੋ ਮੰਨ ਲੈਨੇ ਅਸੀਂ। 30,000 ਹਰ ਇੱਕ ਅਡਲਟ ਨੂੰ ਜਿਹੜਾ 18 ਸਾਲਾਂ ਦਾ ਹੋ ਗਿਆ ਉਸ ਤੋਂ ਬਾਅਦ ਉਹਨੂੰ ਦੇਣੀ ਸ਼ੁਰੂ ਕਰ ਦਿਓ। ਹਾਂਜੀ ਹੁਣ ਉਹ ਇਹ ਡਿਪੈਂਡ ਕਰਦਾ, ਕਈ ਬੰਦੇ ਸੋਚਦੇ ਕਿ ਤੁਸੀਂ 30,000 ਦਿੱਤੀ ਤਾਂ ਬਾਕੀ ਦੀਆਂ ਗੱਲਾਂ ਸਾਡੇ ਕੋਲ ਵੈਲਫੇਅਰ ਹੋਰ ਵੀ ਹੈ, ਤਾਂ ਕਈਆਂ ਬੰਦਿਆਂ ਨੇ ਕੰਮ ਕਰਨ ਨੂੰ ਹਟ ਜਾਣਾ। ਉਹ ਕਹਿੰਦੇ ਵੀ ਲੋਕਾਂ ਦੇ ਛੱਡੋ ਪਰੇ, ਕਮ ਸੇ ਕਮ ਉਹਨਾਂ ਦਾ ਰੋਟੀ ਦਾ ਤਾਂ ਇੰਤਜ਼ਾਮ ਹੋ ਗਿਆ ਨਾ ਜੀ। ਉਹ ਆਪਣਾ ਰੈਂਟ ਦੇਣਗੇ, ਰੋਟੀ ਪਾਣੀ ਖਾਣਗੇ, ਕੱਪੜੇ ਪਾਉਣਗੇ। ਜੇ ਕਿਸੇ ਦੀ ਤਮੰਨਾ ਹੋਊਗੀ ਕੁਝ ਕਰਨ ਦੀ ਤਾਂ ਉਹ ਕੰਮ ਕਰੂਗਾ। ਜਿਹਨੇ ਬੈਠੇ ਨੇ ਧੁੱਪ ਸੇਕਣੀ ਆ ਉਹ ਧੁੱਪ ਸੇਕੂਗਾ। ਹਾਂਜੀ ਤੇ ਇਹਦੇ ਵਿੱਚ ਸਾਨੂੰ ਦੱਸਣ ਦੀ ਲੋੜ ਨਹੀਂ ਹੈ। ਸੋ ਖਾਸ ਤੌਰ ਤੇ ਲਿਬਰਲ ਕਾਕਸ ਦੇ ਵਿੱਚ ਉਹ ਚਾਹੁੰਦੇ ਆ ਕਿ ਇਹ ਆਈਡੀਆ ਹੁਣ ਸੂਤ ਆਇਆ, ਕਿਉਂਕਿ ਐਨਡੀਪੀ ਦੇ ਨਾਲ ਅਲਾਇੰਸ ਆ ਤੇ ਇਸ ਵੇਲੇ ਅਸੀਂ ਕਰ ਸਕਦੇ ਜੀ। ਹੁਣ ਇੰਡੀਆ ਦੇ ਵਿੱਚ ਮੈਂ ਦੇਖਦਾ ਸੀ ਕਿ ਉੱਥੇ ਇੱਕ ਬੰਦੇ ਨੇ ਇੱਕ ਵਾਰੀ ਉਹ ਪਲੈਨਿੰਗ ਕਮਿਸ਼ਨ ਦਾ ਸੀ ਮੈਂਬਰ, ਪਹਿਲੀ ਵਾਰੀ, ਕੋਈ 97 ਜਾਂ 98 ਦੀ ਗੱਲ ਹੈ। ਉਹ ਕਹਿੰਦੇ ਕਿ ਦੇਖੋ ਸਾਡੇ ਸਬਸਿਡੀਜ਼ ਤੁਸੀਂ ਜੇ ਦੇਖਣੀਆਂ ਹੋਣ ਇੰਡੀਆ ਦੇ ਵਿੱਚ, ਕੋਈ ਤੇਲ ਤੇ ਸਬਸਿਡੀ, ਕੋਈ ਫਰਟੀਲਾਈਜ਼ਰ ਤੇ ਸਬਸਿਡੀ, ਤੁਸੀਂ ਕਣਕ ਲੈਣ ਲੱਗੇ ਉਹਦੀ ਸਬਸਿਡੀ, MSP ਵੀ ਸਬਸਿਡੀ ਹੈ ਕਿਸਮ ਦੀ। ਹਾਂਜੀ ਮਤਲਬ 1000 ਸਬਸਿਡੀਆਂ ਸਾਡੇ ਬਣਾਈਆਂ ਹੈ। ਤੇ ਉਹ ਰਾਜੀਵ ਗਾਂਧੀ ਨੇ ਜਿੱਦਾਂ ਕਿਹਾ ਸੀ ਕਿ ਜਦੋਂ ਅਸੀਂ ਸਬਸਿਡੀ ਦਿੰਨੇ, ਪੈਸੇ ਲੋਕਾਂ ਨੂੰ ਦਿੰਨੇ ਆ, 85% ਤਾਂ ਆਹ ਪੋਲੀਟੀਸ਼ੀਅਨ ਤਾਂ ਬਿਊਰੋਕਰੈਟਸ ਖਾ ਜਾਂਦੇ ਆ ਜੀ, ਤਾਂ ਥੱਲੇ ਤਾਂ ਪਹੁੰਚਣ ਨੂੰ 15% ਪਹੁੰਚਦੇ ਆ। ਹਾਂਜੀ ਉਹ ਕਹਿੰਦਾ ਕਿ ਮੈਂ ਇਹਨਾਂ ਨੂੰ ਸੁਝਾਅ ਦਿੱਤੀ ਕਿ ਤੁਸੀਂ ਇਹ ਕੰਮ ਬੰਦ ਕਰੋ, ਸਾਰੀਆਂ ਸਬਸਿਡੀਜ਼ ਸਟੇਟ ਦੀਆਂ ਵੀ ਤੇ ਸੈਂਟਰ ਦੀਆਂ ਵੀ ਖਤਮ ਕਰ ਦਿਓ, ਔਰ ਸਬਸਿਡੀ ਬੰਦ ਕਰਨ ਤੇ ਲੋਕਾਂ ਨੂੰ ਜਿਨ੍ਹਾਂ ਨੂੰ ਸਬਸਿਡੀ ਦੇਣੀ ਚਾਹੁੰਦੇ ਆ ਤੁਸੀਂ ਉਹਨਾਂ ਦੇ ਬੈਂਕ ਅਕਾਊਂਟ ਖੋਲ ਦਿਓ, ਸਾਰਿਆਂ ਦੇ ਬੈਂਕਾਂ ਨੂੰ ਕਹੋ ਵੀ ਚਾਹੇ ਕਿਸੇ ਦੇ ਕੋਲ ਪੈਸੇ ਹੈਗੇ ਚਾਹੇ ਨਾ ਹੋਵੇ। ਹੁਣ ਜਿੱਦਾਂ ਨਰਿੰਦਰ ਮੋਦੀ ਉਹਨਾਂ ਨੇ ਕੀਤਾ ਸੀ ਜਨ ਧਨ ਅਕਾਊਂਟ, ਹਾਂਜੀ ਹਰੇਕ ਬੰਦੇ ਦਾ ਖੋਲਤਾ ਨਾ, ਪਹਿਲਾਂ ਬੈਂਕਾਂ ਵਾਲੇ ਖੋਲਦੇ ਨਹੀਂ ਸੀ ਹੁੰਦੇ। ਹਾਂਜੀ ਹੁਣ ਹਰੇਕ ਹੀ ਬੰਦਾ ਜਾਂਦਾ, ਅਗਲਾ ਬੈਂਕ ਦੇ ਵਿੱਚ ਕੋਈ ਦਵਾਨੀ ਹੈ ਚਾਹੇ ਨਹੀਂ, ਉਹ ਕਹਿੰਦੇ ਅਕਾਊਂਟ ਖੋਲ ਦੇ ਮੇਰਾ। ਹਾਂਜੀ ਅੱਛਾ, ਉਹ ਅਕਾਊਂਟ ਖੋਲਣ ਦੇ ਨਾਲ ਫਾਇਦਾ ਉਹ ਕਹਿੰਦਾ ਇਹ ਹੋ ਜਾਣਾ ਕਿ ਤੁਸੀਂ ਸਿੱਧੇ ਹੀ ਪੈਸੇ ਇੱਥੋਂ ਭੇਜ ਦਿਓ ਤਾਂ ਡਾਇਰੈਕਟ, ਫਿਰ ਉਹ 85% ਖਾਣ ਦੀ ਕੋਈ ਇਸ਼ੂ ਨਹੀਂ ਹੋਊਗੀ। ਹਾਂਜੀ ਉਹ ਗੁੰਜਾਇਸ਼ ਖਤਮ ਹੋ ਜਾਊਗੀ, ਗੁੰਜਾਇਸ਼ ਖਤਮ ਹੋ ਜਾਂਦੀ ਨਾ। ਸੋ ਉਹਨਾਂ ਨੇ ਤਾਂ ਸਾਰਿਆਂ ਲਈ ਨਹੀਂ ਸੀ ਕੀਤੀ ਬੇਸਿਕ ਗਾਰੰਟੀ ਦੀ, ਉਹ ਤਾਂ ਕਹਿੰਦੇ ਸੀ ਅਸੀਂ ਉਹਨਾਂ ਨੂੰ ਕਰਾਂਗੇ ਜਿਹੜੇ ਗਰੀਬੀ ਪੱਧਰ ਤੋਂ ਥੱਲੇ ਰਹਿੰਦੇ ਆ। ਹਾਂਜੀ ਜਿਨ੍ਹਾਂ ਨੂੰ ਅਸੀਂ ਸਬਸਿਡੀ ਦਿੰਨੇ ਆ, ਚਾਹੇ ਉਹ ਸਬਸਿਡੀ ਫੂਡ ਤੇ ਹੋਵੇ, ਚਾਹੇ ਉਹ ਹੈਲਥ ਕੇਅਰ ਲਈ ਹੋਵੇ, ਚਾਹੇ ਉਹ ਉਹਨਾਂ ਕਿਸਾਨਾਂ ਨੂੰ ਦਿੱਤੀ ਹੋਵੇ, ਕੋਈ ਫਰਟੀਲਾਈਜ਼ਰ ਤੇ ਹੋਵੇ। ਅਸੀਂ ਸਾਰੀਆਂ ਇੱਕ ਫਰਟੀਲਾਈਜ਼ਰ ਇੱਕ ਦਿੱਤੀ ਉਹਨਾਂ ਨੇ, ਜਿਹੜਾ ਮਿੱਟੀ ਦਾ ਤੇਲ ਲੈਂਦੇ ਉਹ ਵੀ ਸਬਸਿਡਾਈਜ਼ ਹੈ ਜੀ। ਹੁਣ ਕਿਸਾਨ ਜਿਹੜੀ ਆ ਫਰਟੀਲਾਈਜ਼ਰ ਦਿੰਦੇ ਸੀ, ਇੱਕ ਵਾਰ ਇਹਨਾਂ ਨੂੰ ਇਨਵੈਸਟੀਗੇਸ਼ਨ ਕੀਤੀ ਕਿ ਫਰਟੀਲਾਈਜ਼ਰ ਜਿਹੜੀਆਂ ਕੰਪਨੀਆਂ ਬਣਾਉਂਦੀਆਂ ਸੀ ਇੰਡੀਆ ਦੇ ਵਿੱਚ, ਉਹਨਾਂ ਨੂੰ ਸਬਸਿਡੀ ਪਹਿਲਾਂ ਹੀ ਦੇ ਦਿੰਦੇ ਸੀ। ਪਹਿਲਾਂ ਉਹ ਕਹਿੰਦੇ ਸੀ ਅਸੀਂ 40,000 ਟਨ ਯੂਰੀਆ ਖਾਦ ਬਣਾਉਣੀ ਹੈ, ਸਰਕਾਰ ਕਹਿੰਦੀ ਕਿ ਠੀਕ ਹੈ ਅਸੀਂ 40% ਦੇਣਾ ਉਹਦਾ, ਤੁਸੀਂ ਦੱਸੋ ਸਾਨੂੰ ਕੀਮਤ ਆ, ਉਹਦੇ ਪੈਸੇ ਦੇ ਦਈਏ। ਉਹ ਪੈਸੇ ਲੈ ਲੈਂਦੇ, ਉਹਨਾਂ ਦੀ ਕੋਈ ਫੈਕਟਰੀ ਨਹੀਂ ਸੀ, ਕੋਈ ਮਤਲਬ 1 ਗ੍ਰਾਮ ਵੀ ਉਹ ਯੂਰੀਆ ਨਹੀਂ ਸੀ ਪ੍ਰੋਡਿਊਸ ਕਰਦੇ, ਉਹਦਾ ਸਬਸਿਡੀ ਲਾ ਲੈਂਦੇ ਸੀ, ਸਬਸਿਡੀ ਲਈ ਜਾਂਦੇ ਸੀ। ਔਰ ਇਹ ਇੱਕ ਦਿਨ ਨਹੀਂ ਚੱਲਿਆ, ਮੇਰੇ ਕਈ ਸਾਲ ਕੰਮ ਚੱਲਦਾ ਰਿਹਾ ਹੈ। ਇਹ ਬੰਦੇ ਕਹਿੰਦੇ ਕਿ ਅਸੀਂ ਇਹਨੂੰ ਖਤਮ ਕਰਨ ਲਈ ਆਹ ਹੀ ਤਰੀਕਾ ਵਧੀਆ ਆ ਕਿ ਡਾਇਰੈਕਟਲੀ ਬੰਦਿਆਂ ਨੂੰ ਸਿੱਧੇ ਪੈਸੇ ਦਿਓ। ਹਾਂਜੀ ਉਹ ਕੀ ਕਰਦੇ ਕੀ ਨਹੀਂ ਕਰਦੇ, ਉਹ ਕਹਿੰਦਾ ਬੰਦਾ ਮੇਰੇ ਖਿਲਾਫ ਕਹਿੰਦਾ ਸਾਰੇ ਹੀ ਹੋ ਗਏ, ਕਹਿੰਦਾ ਜਿੰਨੇ ਪਲੈਨਿੰਗ ਕਮਿਸ਼ਨ ਦੇ, ਕਹਿੰਦਾ ਉਹਨਾਂ ਦੀ ਤਾਂ ਰਗ ਨੂੰ ਛੇੜ ਦਿੱਤਾ ਮੈਂ, ਕਿਉਂਕਿ ਇਹ ਤਾਂ ਬੰਦੇ ਖਾਣ ਵਾਲੇ ਆ। ਹਾਂਜੀ ਉਹ ਦੇਖਦੇ ਹੋਣੇ ਵੀ ਇਹ ਇਦਾਂ ਕਰਤਾ ਤਾਂ ਫਿਰ ਅਸੀਂ ਕਿੱਥੋਂ ਖਾਵਾਂਗੇ। ਹਾਂਜੀ ਕਹਿੰਦਾ ਫਿਰ ਉਹਨਾਂ ਨੇ ਮੇਨ ਆਬਜੈਕਸ਼ਨ ਇਹ ਲਾਤੀ ਵੀ ਜੇ ਤੁਸੀਂ ਪਰਿਵਾਰਾਂ ਨੂੰ ਦੇਣ ਲੱਗ ਪਏ ਨੇ ਸਿੱਧੇ ਹੀ ਪੈਸੇ, ਤੇ ਫਿਰ ਮਰਦਾਂ ਨੇ ਉਹਦੀ ਸ਼ਰਾਬ ਪੀ ਲੈਣੀ ਬਸ। ਮਤਲਬ ਕਿ ਉਹਨਾਂ ਨੇ ਐਕਸਕਿਊਜ਼ ਸਾਹਮਣੇ ਰੱਖ ਦਿੱਤਾ, ਕੋਈ ਐਕਸਕਿਊਜ਼ ਵੱਡਾ ਸਾਰਾ ਬਣਾ ਕੇ ਰੱਖ ਦਿੱਤਾ ਜੀ।
ਡਾਕਟਰ ਸਾਹਿਬ ਟਾਈਮ ਹੋ ਚੁੱਕਿਆ ਸੀ ਅੱਜ ਦੇ ਵਿਚਾਰ ਦਾ। ਆਪਣੇ ਸਰੋਤਿਆਂ ਨੂੰ ਅੱਜ ਦੇ ਵਿਚਾਰ ਬਾਰੇ ਦੱਸੋ। ਮੈਂ ਦੱਸ ਦਵਾਂ ਫਿਰ ਅੱਜ ਦਾ ਵਿਚਾਰ? ਅੱਜ ਦਾ ਵਿਚਾਰ ਤੁਸੀਂ ਦੱਸੋ। ਚਲੋ ਠੀਕ ਹੈ। ਫਿਰ ਜੇਕਰ ਤੁਸੀਂ ਵਕਤ ਦੀ ਕਦਰ ਨਹੀਂ ਕਰਦੇ ਤਾਂ ਫਿਰ ਵਕਤ ਤੁਹਾਡੀ ਕਦਰ ਵੀ ਨਹੀਂ ਕਰਦਾ। ਇਸੇ ਨੋਟ ਤੇ ਅਸੀਂ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ ਆਪਣੀ ਫੀਡਬੈਕ ਸਾਨੂੰ ਜ਼ਰੂਰ ਦੇਣਾ। ਤੁਸੀਂ ਸਾਨੂੰ ਕਾਲ ਕਰਕੇ ਦੱਸ ਸਕਦੇ ਹੋ 6045929191 ਤੇ 6045929191 ਹੈ ਜੀ ਸਾਡੇ ਸਟੂਡੀਓ ਦਾ ਫੋਨ ਨੰਬਰ। ਤੁਸੀਂ ਸਾਨੂੰ ਪ੍ਰੋਗਰਾਮ ਸੰਬੰਧੀ ਕੋਈ ਸੁਝਾਅ ਦੇਣਾ ਚਾਹੁੰਦੇ ਯੂ ਆਰ ਮੋਰ ਦੈਨ ਵੈਲਕਮ। ਤੁਹਾਡੇ ਸੁਝਾਵਾਂ ਦੇ ਨਾਲ ਅਸੀਂ ਪ੍ਰੋਗਰਾਮ ਨੂੰ ਹੋਰ ਵੀ ਜ਼ਿਆਦਾ ਬਿਹਤਰ ਬਣਾ ਸਕਦੇ ਹਾਂ। ਸਾਨੂੰ ਸੋਸ਼ਲ ਮੀਡੀਆ ਹੈਂਡਲਸ ਤੇ ਵੀ ਤੁਸੀਂ ਮੈਸੇਜ ਛੱਡ ਸਕਦੇ ਹੋ। ਫੇਸਬੁੱਕ, ਟਵਿੱਟਰ ਐਂਡ ਇੰਸਟਾਗ੍ਰਾਮ ਹੈ ਰੇਡੀਓ ਇੰਡੀਆ 1110 ਦੇ ਨਾਂ ਹੇਠ। ਇਸ ਤੋਂ ਇਲਾਵਾ ਤੁਸੀਂ ਸਾਨੂੰ ਈਮੇਲ ਵੀ ਲਿਖ ਸਕਦੇ ਹੋ info@radioindia.ca ਤੇ। ਪ੍ਰੋਗਰਾਮ 'ਚ ਸਾਥ ਦੇਣ ਲਈ ਬਹੁਤ ਬਹੁਤ ਸ਼ੁਕਰੀਆ।